ਓਕੇ ਜੀ, ਸੋ ਅੱਜ ਅਸੀਂ ਗੱਲ ਕਰਦੇ ਹਾਂ 4 ਸਟੇਜਸ ਰੀਲੈਪਸ ਦੇ। ਸੋ ਰੀਲੈਪਸ ਇੱਕ ਸਟੇਜ ਨਹੀਂ ਹੈਗਾ, 2 ਸਟੇਜ ਨਹੀਂ ਹੈਗਾ, ਐਵੇਂ ਨਹੀਂ ਹੈਗਾ ਆਦਮੀ ਪੀ ਲਿਆ। ਬਹੁਤ ਪੰਜਾਬੀ ਇਸ ਤਰ੍ਹਾਂ ਸੋਚਦੇ ਆ ਆਦਮੀ ਪੀ ਲਿਆ ਔਰ ਰੀਲੈਪਸ ਹੋ ਗਿਆ। ਨਹੀਂ, ਜਿੰਨਾ ਚਿਰ ਅਸੀਂ ਉਹ ਦਿਮਾਗ 'ਚੋਂ ਨਹੀਂ ਕੱਢਦੇ ਉਹਨਾਂ ਚਿਰ ਆਦਮੀ ਮੁੜ ਲੇਡੀ, ਅੱਜ ਕੱਲ੍ਹ ਸਾਰੇ ਐਡਿਕਸ਼ਨ ਸਾਰਿਆਂ ਨੂੰ ਚੜ੍ਹਦੀ ਹੁੰਦੀ ਹੈ, ਠੀਕ ਨਹੀਂ ਹੁੰਦੇ। ਸੋ ਇੱਕ ਸਟੇਜ ਰੀਲੈਪਸ ਨਹੀਂ ਹੁੰਦਾ, 4 ਸਟੇਜਸ ਰੀਲੈਪਸ ਦੇ ਹੁੰਦੇ ਆ। ਸੋ ਰੀਲੈਪਸ, whereas a lot of Punjabis call relapse, ਜਦੋਂ ਅਸੀਂ ਰੀਲੈਪਸ ਹੁੰਦੇ ਹਾਂ ਮਤਲਬ ਹੈਗਾ ਦੁਬਾਰਾ ਪੀ ਹੋ ਜਾਂਦਾ। ਪਰ ਇਕੱਲਾ ਉਹ ਨਹੀਂ ਹੁੰਦਾ। ਜੇ ਅਸੀਂ ਜੂਆ ਖੇਡਦੇ ਹਾਂ, ਜੂਆ ਤੋਂ ਸਾਡਾ ਬੰਦ ਹੋਇਆ ਪਿਆ ਅਤੇ ਅਸੀਂ ਜੂਆ ਰੁਕਦੇ ਹਾਂ ਅਤੇ ਦੁਬਾਰਾ ਜੂਆ ਖੇਡਿਆ ਗਿਆ, ਛੋਟੀ ਜਿਹੀ ਗੇਮ ਕੰਪਿਊਟਰ ਨੈੱਟ 'ਤੇ, ਰੀਲੈਪਸ। ਪਰ ਕਿਹੜਾ ਰੀਲੈਪਸ? ਉਹ ਹੈਗਾ ਲਾਸਟ ਸਟੇਜ ਰੀਲੈਪਸ ਦਾ। ਅਸੀਂ ਉਹਨੂੰ ਇੱਥੇ ਲਿਖਦੇ ਹਾਂ ਫਿਜ਼ੀਕਲ ਰੀਲੈਪਸ। ਫਿਜ਼ੀਕਲ ਮਤਲਬ ਕੀਤਾ ਹੋਇਆ, ਸਾਡਾ ਕੁਛ ਕੀਤਾ, ਕੁਛ ਅੰਦਰ ਪਾਇਆ, ਨਸ਼ਾ ਕੀਤਾ, ਸ਼ਰਾਬ ਪੀ ਲਈ, ਇੱਕ ਤਿਉਂਕਾ ਵੀ ਪੀ ਗਿਆ, ਉਹ ਰੀਲੈਪਸ ਹੁੰਦਾ। ਸੋ ਕੱਲ੍ਹ ਮੈਂ ਕਿਸੇ ਦੇ ਨਾਲ ਗੱਲ ਕਰਦਾ ਸੀ, ਉਹ ਕਹਿੰਦੇ ਸੀ ਜੀ ਉਹਨਾਂ ਨੂੰ ਮੈਂ ਕਹਿਣ ਨੂੰ ਹਟ ਗਈ, ਉਹ ਸ਼ਰਾਬ ਨਹੀਂ ਛੱਡ ਸਕਦੇ। ਸੋ ਮੈਂ ਉਹਨਾਂ ਨੂੰ ਕਹਿੰਦਾ ਜਸਟ 2 ਪੈਗ ਲਾ ਲਓ ਰਾਤ ਨੂੰ, ਇੰਨਾ ਵੱਡਾ ਕੰਮ ਕਿਉਂ ਕਰਦੇ ਆ? ਅਤੇ ਮੈਂ ਉਹਨੂੰ ਸਮਝਾਇਆ ਜਦੋਂ ਇੱਕ ਪੈਗ, ਇੱਕ ਡਰਾਪ ਆ ਗਿਆ ਉਦੋਂ ਤੋਂ ਬਾਅਦ ਦੂਜਾ ਡਰਾਪ, 4 ਡਰਾਪ, 1 ਪੈਗ, 2 ਪੈਗ, 4 ਪੈਗ, 8 ਪੈਗ ਵਧੂਗਾ। ਉਦੋਂ ਹੀ ਵਧੂਗਾ ਜਾਂ 1 ਹਫ਼ਤਾ, 1 ਮਹੀਨਾ, ਹੌਲੀ ਹੌਲੀ ਉੱਥੇ ਤੱਕ ਜਾਊਗਾ। ਜੇ ਆਦਮੀ 8 ਸਾਲ ਨਹੀਂ ਪੀਤਾ ਫਿਰ ਵੀ ਉਹੀ ਹਾਲ ਹੋਊਗਾ। ਜਦੋਂ ਪਹਿਲੀ ਵਾਰੀ ਸ਼ੁਰੂ ਹੋ ਗਿਆ ਸ਼ਾਇਦ 1 ਪੈਗ 'ਤੇ ਹਟ ਸਕਦਾ, ਪਰ ਉਹਨੇ 1-2 ਦਿਨ ਬਾਅਦ ਦੂਜਾ ਪੈਗ ਲਾ ਲੈਣਾ, ਤੀਜਾ, ਚੌਥਾ, ਅਤੇ ਉਹ ਮਹੀਨੇ ਦੇ ਵਿੱਚ ਵਿੱਚ ਉੱਥੇ ਹੀ ਚੜੂਗਾ, ਕਿਉਂਕਿ ਦਿਮਾਗ ਦੀ ਬਿਮਾਰੀ ਹੈਗੀ ਹੈ। 1 ਡਰਾਪ ਇਜ਼ ਟੂ ਮੱਚ, ਉਹ ਅਸੀਂ ਕਈ ਲੈਕਚਰਾਂ 'ਚ ਅਸੀਂ ਦੱਸਿਆ। ਸੋ ਪਰ ਪ੍ਰੋਬਲਮ ਇਹ ਹੈ ਆਦਮੀ ਫਿਜ਼ੀਕਲ ਰੀਲੈਪਸ 'ਤੇ ਕਿੱਥੇ ਪਹੁੰਚਦਾ? ਕੋਈ ਵੀ ਨਹੀਂ ਇੱਕਦਮ ਇਹ ਸਟੇਜ 'ਤੇ ਰੀਲੈਪਸ 'ਤੇ ਜਾਂਦਾ, ਕੋਈ ਨਹੀਂ। ਉਹਦੇ ਤੋਂ ਪਹਿਲਾਂ 3 ਹੋਰ ਸਟੇਜਸ ਹੁੰਦੇ ਆ। ਸੋ ਫਿਜ਼ੀਕਲ ਤੋਂ ਪਹਿਲਾਂ ਹੁੰਦਾ ਮੈਂਟਲ ਰੀਲੈਪਸ। ਮੈਂਟਲ ਰੀਲੈਪਸ ਕੀ ਹੁੰਦਾ? ਮੈਂਟਲ ਰੀਲੈਪਸ ਹੁੰਦਾ ਜਦੋਂ ਅਸੀਂ ਸੋਚਦੇ ਹਾਂ, ਹਾਂ ਪੈਗ ਲਾ ਲੈਂਦੇ ਹਾਂ, ਲਾਉਂਦੇ ਤਾਂ ਨਹੀਂ, ਸੋਚਦੇ ਹਾਂ, ਲਾਉਂਦੇ ਤਾਂ ਨਹੀਂ ਪਰ ਸੋਚਦੇ ਹਾਂ। ਕਈ ਆਦਮੀ ਉਹ ਆਪਦੇ ਬੈੱਡ ਦੇ ਲਾਗੇ ਉਹ ਬੀਅਰ ਦਾ ਕੈਨ ਰੱਖ ਦਿੰਦੇ। ਉਹ ਕਹਿੰਦੇ ਆ ਇਹ ਮੈਨੂੰ ਯਾਦ ਰੱਖਦਾ, ਮੇਰੇ ਕੋਈ ਪ੍ਰੋਬਲਮ ਹੈ ਉਸ ਕਰਕੇ ਮੈਂ ਰੱਖਿਆ। ਉਹ ਕਾਨਸਟੈਂਟ ਸਟੇਟ ਆਫ ਮੈਂਟਲ ਰੀਲੈਪਸ ਵਿੱਚ ਹੈ, ਕਾਨਸਟੈਂਟਲੀ ਉਹਦੇ ਦਿਮਾਗ ਵਿੱਚ ਹੈਗਾ। ਜੇ ਅਸੀਂ ਕਾਨਸਟੈਂਟਲੀ ਦਿਮਾਗ ਵਿੱਚ ਹੈਗਾ ਉਹਦਾ ਮਤਲਬ ਅਸੀਂ ਐਨਰਜੀ ਨਾਲ ਲੜ ਰਹੇ ਹਾਂ, ਨਹੀਂ ਕਰਨਾ। ਜੇ ਦਿਸਦਾ ਫਿਰ ਆਟੋਮੈਟਿਕ ਇੱਕ ਹੋਰ ਲੜਾਈ ਚੱਲਦੀ ਹੈ ਦਿਮਾਗ 'ਚ, ਹੈਗਾ ਅਤੇ ਨਹੀਂ ਕਰਨਾ, ਐਨਰਜੀ ਤੁਹਾਡੀ ਵੇਸਟ ਹੁੰਦੀ ਹੈ ਅਤੇ ਹੌਲੀ ਹੌਲੀ ਥੋੜ੍ਹੀ ਟੈਨਸ਼ਨ ਨਾਲ ਉੱਥੇ ਤੱਕ ਪਹੁੰਚ ਜੂਗਾ। ਉਸ ਕਰਕੇ ਅਸੀਂ ਕਹਿੰਦੇ ਹਾਂ ਘਰ ਦੇ ਵਿੱਚ ਕੋਈ ਸ਼ਰਾਬ ਨਹੀਂ ਹੋਣੀ ਚਾਹੀਦੀ। ਜੇ ਆਦਮੀ ਦੇ ਕੋਲ ਕੋਈ ਬਿਮਾਰੀ ਹੈ, ਨੋ ਅਲਕੋਹਲ ਇਨ ਦਾ ਹਾਊਸ। ਉਹ ਜੀ ਪਰ ਸਾਡੇ ਪ੍ਰਾਹੁਣੇ ਹੁੰਦੇ ਆ, ਸਾਡੇ ਰਿਸ਼ਤੇਦਾਰ ਆ ਜਾਂਦੇ ਆ, ਅਸੀਂ ਉਹਨਾਂ ਦੀ ਸਫਾਈ ਕਰਨੀ ਹੈ। ਨਹੀਂ ਇਹ ਵੈਸੇ ਕਰ ਲਓ ਬੇਸਾਬੇ ਤੁਸੀਂ ਸ਼ਰਾਬ ਦੇ ਦਿਓ, ਪਰ ਤੁਸੀਂ ਹਰ ਵਕਤ ਜਦੋਂ ਤੁਸੀਂ ਸ਼ਰਾਬ ਕਿਸੇ ਨੂੰ ਪਿਆਉਣੀ ਹੈ ਮੈਂਟਲ ਰੀਲੈਪਸ ਚੱਲ ਰਿਹਾ ਅਤੇ ਉਹ ਇੰਨਾ ਦੂਰ ਨਹੀਂ ਹੈਗਾ ਫਿਜ਼ੀਕਲ ਰੀਲੈਪਸ ਤੋਂ। ਸੋ ਮੈਂਟਲ ਰੀਲੈਪਸ ਪਹਿਲਾਂ ਅਸੀਂ ਕੋਈ ਵੀ ਐਕਸ਼ਨ ਲੈਣ ਤੋਂ ਪਹਿਲਾਂ ਅਸੀਂ ਸੋਚਦੇ ਹਾਂ ਅਤੇ ਫਿਰ ਕਰਦੇ ਹਾਂ।
ਕਈ ਵਾਰੀ ਬੜਾ ਛੇਤੀ ਹੋ ਜਾਂਦਾ, ਸੋਚਦੇ ਹਾਂ ਤੇ ਇੱਕਦਮ ਕਰ ਲੈਂਦੇ ਹਾਂ, ਪਰ ਉਹ ਇੱਕ ਸਟੇਜ ਨਹੀਂ, ਉਹ 2 ਸਟੇਜ ਹੁੰਦੇ। ਸੋ ਇੱਕ ਵਧੀਆ ਕੁਐਸਚਨ ਹੈਗਾ, ਜੇ ਅਸੀਂ 3-4 ਸਾਲ ਸੋਫੀ ਹੈਗੇ ਹਾਂ, ਇਹ ਹੁੰਦਾ 4-5 ਸਾਲ ਸੋਫੀ ਵਾਲਾ ਬੰਦਾ 20 ਸਾਲ ਉਹ ਸ਼ਾਦੀ 'ਤੇ ਜਾ ਸਕਦਾ, ਕੋਈ ਵਿਆਹ 'ਤੇ, ਉੱਥੇ ਸ਼ਰਾਬ ਹੁੰਦੀ ਹੈ, ਉਹ ਉਹਦੇ ਸਾਹਮਣੇ ਹੋ ਸਕਦਾ ਅਤੇ ਉਹਦੇ ਦਿਮਾਗ ਵਿੱਚ ਬਾਅਦ ਗੱਲ ਨਹੀਂ ਚੜ੍ਹਦੀ। ਕਿਉਂ ਨਹੀਂ ਚੜ੍ਹਦੀ? ਕਿਉਂਕਿ ਜੇ ਉਹ ਸਹੀ ਢੰਗ ਦੇ ਨਾਲ ਸੋਫੀ ਹੋਇਆ, ਮਤਲਬ ਉਹਨੇ ਸ਼ਾਂਤੀ ਆਪਦੀ ਲਾਈਫ ਵਿੱਚ ਕਮਾ ਲਈ, ਉਹ ਸ਼ਾਂਤੀ ਵਾਲਾ ਕੰਮ ਕਰਦਾ, ਸ਼ਾਂਤ ਉਹਦਾ ਘਰ ਹੈ, ਉਹ ਉੱਥੇ ਜਾ ਸਕਦਾ। ਕਿਉਂਕਿ ਮੈਂਟਲ ਰਿਲੈਪਸ ਤੋਂ ਪਹਿਲਾਂ, ਹੁਣ ਅਸੀਂ ਥੋੜ੍ਹਾ ਲੰਬਾ ਐਰੋ ਕਰਦੇ ਹਾਂ ਕਿਉਂਕਿ ਜ਼ਿਆਦਾ ਟਾਈਮ ਲੰਘੂਗਾ, ਉਹਦੇ ਤੋਂ ਪਹਿਲਾਂ ਹੁੰਦਾ ਇਮੋਸ਼ਨਲ ਰਿਲੈਪਸ। ਇਮੋਸ਼ਨਲ ਰਿਲੈਪਸ ਹੁੰਦਾ ਜਦੋਂ ਅਸੀਂ ਤੰਗ ਹਾਂ, ਸਟ੍ਰੈਸ ਵਿੱਚ ਹਾਂ, ਮੋਢੇ ਦੁਖਦੇ ਆ, ਨੀਂਦ ਨਹੀਂ ਆਉਂਦੀ, ਲੜਾਈ ਝਗੜਾ ਕਰੇ, ਪਰ ਆਦਮੀ ਪੀਂਦਾ ਨਹੀਂ ਅਤੇ ਨਾ ਸੋਚਦਾ ਪੀਂਦਾ, ਅਸੀਂ ਉਹਨੂੰ ਕਹਿੰਦੇ ਹਾਂ ਇਮੋਸ਼ਨਲ ਰਿਲੈਪਸ ਦੇ ਵਿੱਚ। ਕਿਉਂਕਿ ਦਿਮਾਗ ਉਹਦਾ ਡਿਸਟਰਬ ਹੈ। ਸੋ ਜਿਹੜਾ 20 ਸਾਲ ਸੋਫੀ ਹੈਗਾ, ਸ਼ਾਂਤੀ 'ਚ ਹੈਗਾ, ਉਹ ਵਿਆਹ 'ਚ ਕਿਉਂ ਜਾ ਸਕਦਾ ਅਤੇ ਰਿਲੈਪਸ ਕਿਉਂ ਨਹੀਂ ਹੁੰਦਾ? ਕਿਉਂਕਿ ਉਹ ਤੰਗ ਨਹੀਂ। ਜਦੋਂ ਅਸੀਂ ਤੰਗ ਵਾਹਵਾ ਚਿਰ ਰਹਿੰਦੇ ਹਾਂ, ਬਿਮਾਰੀ ਇਹੋ ਜਿਹੀ ਹੈਗੀ ਹੈ, ਸਰਵਾਈਵਲ ਦਿਮਾਗ, ਜਿਹੜਾ ਛੋਟਾ ਦਿਮਾਗ, ਉਹ ਐਕਟੀਵੇਟ ਹੋ ਜਾਂਦਾ ਸਟ੍ਰੈਸ ਨਾਲ। ਜਦੋਂ ਸਟ੍ਰੈਸ ਹੁੰਦੀ ਹੈ, ਛੋਟਾ ਦਿਮਾਗ ਐਕਟੀਵੇਟ ਹੋ ਜਾਂਦਾ, ਕੰਟਰੋਲ ਲੈਂਦਾ, ਉਹ ਸਟ੍ਰੈਸ ਦਾ ਮੁਕਾਬਲਾ ਕਰਦਾ, ਪਰ ਉਹਦੇ ਕੋਲ ਇੱਕੋ ਹੀ ਤਰੀਕਾ ਹੈਗਾ, ਸ਼ਰਾਬ। ਕਿਉਂਕਿ 20 ਸਾਲ ਜੇ ਆਦਮੀ ਸ਼ਰਾਬ ਨਸ਼ਾ ਕੀਤਾ, ਉਹ ਡੀਪ ਪ੍ਰੋਗਰਾਮਿੰਗ ਬਣ ਜਾਂਦੀ ਹੈ, ਉਹ ਕੋਈ ਨਹੀਂ ਬਦਲ ਸਕਦਾ। ਇੱਕ ਢੰਗ ਦੀ ਐਲਰਜੀ ਹੁੰਦੀ ਹੈ, ਇਹ ਐਲਰਜੀ ਹੈ। ਅਸੀਂ ਕਹਿੰਦੇ ਹੁੰਦੇ ਹਾਂ ਸ਼ਰਾਬ ਦੀ ਬਿਮਾਰੀ ਨਹੀਂ ਹੈਗੀ। ਬਹੁਤ ਆਉਂਦੇ ਆ, ਡਾਕਟਰ ਜੀ ਮੈਨੂੰ ਕੋਈ ਦਵਾਈ ਦੇ ਦਿਓ, ਦਵਾਈ ਦੇ ਨਾਲ ਠੀਕ ਕਰ ਦਿਓ। ਐਵੇਂ ਕਹਿੰਦੇ ਹੁੰਦੇ, ਡਾਕਟਰ ਜੀ ਦਵਾਈ ਦੇ ਨਾਲ ਠੀਕ ਕਰ ਦਿਓ ਜੀ ਸਾਨੂੰ। ਅਤੇ ਜੇ ਮੈਂ ਦਵਾਈ ਨਹੀਂ ਦਿੰਦਾ ਔਰ ਜਾਂ ਮੈਂ ਸਮਝਾਉਂਦਾ ਆ ਚੀਜ਼ਾਂ, ਉਹ ਗੁੱਸੇ ਕਰਦੇ ਆ, ਕਹਿੰਦੇ ਆ ਇਹ ਕੋਈ ਡਾਕਟਰ ਨਹੀਂ ਹੈਗਾ। ਇਹ ਕਿਉਂਕਿ ਦਵਾਈ ਦਾ ਫਾਇਦਾ ਹੁੰਦਾ, ਪਰ ਐਕਚੁਅਲੀ ਜੀ ਦਵਾਈ ਦਾ ਕੋਈ ਫਾਇਦਾ ਨਹੀਂ ਹੈਗਾ ਜੇ ਅਸੀਂ ਕੌਨਸਟੈਂਟ ਇਮੋਸ਼ਨਲ ਰਿਲੈਪਸ ਦੇ ਵਿੱਚ ਰਹਿੰਦੇ ਹਾਂ। ਘਰ ਦਾ ਮਾਹੌਲ ਇਹੋ ਜਿਹਾ, ਲੜਾਈ ਝਗੜਾ, ਕੋਈ ਕਿਸੇ ਦੇ ਨਾਲ ਗੱਲ ਨਹੀਂ ਕਰਦਾ, ਸਾਇਲੈਂਸ ਦਾ ਮਾਹੌਲ, ਜਵਾਕ ਵੀ ਵਿੱਚ ਫਸੇ ਹੋਏ ਆ। ਇਹ ਇਮੋਸ਼ਨਲ ਰਿਲੈਪਸ, ਉਹਨੂੰ ਜਦੋਂ ਆਦਮੀ ਉੱਥੇ ਇੰਨਾ ਤੰਗ ਆ, ਉਹਨੂੰ ਨੀਂਦ ਨਹੀਂ ਆਉਂਦੀ, ਫਿਰ ਉਹ ਸੋਚਣ ਲੱਗ ਜਾਂਦਾ, ਹਾਂ ਮੈਂ ਕਿਵੇਂ ਸੋਵਾਂ, ਇੱਕ ਪੈਗ ਲਾ ਲੈਂਦੇ ਹਾਂ। ਪਰ ਐਲਰਜੀ ਉਹਦੀ ਇੱਕ ਪੈਗ ਤੋਂ 1000 ਪੈਗ ਹੋ ਜਾਂਦੇ ਆ, ਅਤੇ ਆਹ ਕੰਮ ਫਿਰ ਕੰਮ ਵਿਗੜ ਜਾਂਦਾ। ਪਰ ਐਕਚੁਅਲੀ ਇਮੋਸ਼ਨਲ ਰਿਲੈਪਸ ਤੋਂ ਪਹਿਲਾਂ ਇੱਕ ਹੋਰ ਸਟੇਜ ਹੈਗਾ। ਇਹ ਬਹੁਤ ਜ਼ਰੂਰੀ ਗੱਲ ਹੈ, ਕਿਉਂਕਿ ਜੇ ਤੁਸੀਂ ਆਹ ਗੱਲ ਸਮਝ ਗਏ, ਤੁਹਾਨੂੰ ਐਕਚੁਅਲੀ ਐਡਿਕਸ਼ਨ ਕਾਫੀ ਸੌਖੀ ਬਣ ਜੂਗੀ ਠੀਕ ਹੋਣ ਦੀ। ਜਦੋਂ ਅਸੀਂ ਇਮੋਸ਼ਨਲ ਰਿਲੈਪਸ ਉਦੋਂ ਹੀ ਹੁੰਦੇ ਆ ਜਦੋਂ ਸਾਡੀ ਜਿਹੜੇ ਸ਼ਾਂਤੀ ਐਵੇਂ ਨਹੀਂ ਆਉਂਦੀ। ਕੋਈ ਵੀ ਪੁੱਛੋ, ਸ਼ਾਂਤੀ ਇੱਕਦਮ ਕਦੇ ਨਹੀਂ ਆਉਂਦੀ। ਜੋ ਮਰਜੀ ਗੁਰੂ ਕੋਲੇ ਜਾ ਵੜੋ, ਜੋ ਮਰਜੀ ਬਾਬਾ ਕੋਲੇ ਜਾ ਵੜੋ, ਜੋ ਮਰਜੀ ਕਿਤੇ ਵੀ ਕੋਈ ਧਰਮ ਵੀ ਵਿੱਚ ਜਾ ਵੜੋ, ਜੇ ਤੁਸੀਂ ਸ਼ਾਂਤੀ ਮੰਗਦੇ ਹੋ, ਉਹਦੇ ਵਾਸਤੇ ਤੁਹਾਨੂੰ ਕਰਨੀ ਹੈ ਮਿਹਨਤ।
ਮਿਹਨਤ ਤੋਂ ਬਿਨਾਂ ਜਿਹੜੀ ਸ਼ਾਂਤੀ ਹੁੰਦੀ ਹੈ ਉਹ ਸ਼ਰਾਬ ਹੀ ਹੈ ਜਾਂ ਨਸ਼ਾ ਜਾਂ ਜੂਆ ਜਾਂ ਕੋਈ ਢੰਗ ਦੀ ਸ਼ਾਂਤੀ ਮਿਲ ਜਾਂਦੀ ਹੈ, ਪਰ ਉਹ ਸ਼ਾਂਤੀ ਰਹਿੰਦੀ ਨਹੀਂ। ਜੇ ਤੁਸੀਂ ਚਾਹੁੰਦੇ ਆ ਸ਼ਾਂਤੀ ਜਿਹੜੀ ਤੁਹਾਨੂੰ ਬਚਾਊਗੀ ਇਮੋਸ਼ਨਲ ਰੀਲੈਪਸ ਵਾਲਾ ਮਾਹੌਲ ਤੋਂ, ਫਿਰ ਉਹਦੇ ਇੱਕ ਹੋਰ ਸਟੇਜ ਉਹਦੇ ਵਾਸਤੇ ਤੁਹਾਨੂੰ ਮਿਹਨਤ ਕਰਨੀ। ਕਿਹੜੀ ਮਿਹਨਤ? ਅਸੀਂ ਸੈਲਫ ਥੈਰੇਪੀ ਕਹਿੰਦੇ ਹਾਂ। ਅਤੇ ਜਦੋਂ ਉਹ ਸਾਡੀ ਬੰਦ ਹੋ ਜਾਂਦੀ ਹੈ, ਸੈਲਫ ਥੈਰੇਪੀ ਕੀ ਹੈ? ਕਨੈਕਟ ਟੂ ਦ ਸੈਲਫ, ਕਨੈਕਟ ਟੂ ਅਦਰ, ਹੈਲਥੀ। ਸੋ ਆਮ ਕਨੈਕਸ਼ਨ ਨਹੀਂ ਜਿਹੜਾ ਕੋਈ ਹੋਰ ਹੈਗਾ ਜਿਹੜਾ ਸਹੀ ਹੈ ਦਿਮਾਗ ਉਹਦਾ। ਸੋ ਜਸਟ ਜੇ ਅਸੀਂ ਖਰਾਬ ਆਦਮੀਆਂ ਦੇ ਨਾਲ ਮਿਲਦੇ ਰਹਿੰਦੇ ਹਾਂ, ਅਸੀਂ ਸਾਡਾ ਸੋਚ ਵੀ ਖਰਾਬ ਹੋ ਜਾਊਗਾ। ਜਿੰਨੇ ਵੀ ਮੇਰੇ ਕੋਲ ਆਉਂਦੇ ਆ ਸੋਚਦੇ ਆ ਹਾਂ ਮੈਂ ਕਨੈਕਸ਼ਨ ਕਰਦਾ ਮੇਰੇ ਡਰੱਗ ਡੀਲਰ ਨਾਲ, ਅਸੀਂ ਡੂੰਘੀਆਂ ਪੁਰਾਣੀਆਂ ਗੱਲਾਂ ਕਰਦੇ ਹਾਂ। ਠੀਕ ਹੈ, ਵਧੀਆ, ਕਰ ਲਓ, ਪਰ ਯੂ ਆਰ ਦ ਕੰਪਨੀ ਦੈਟ ਯੂ ਕੀਪ। ਤਾਂ ਤੁਸੀਂ ਉਹੋ ਜਿਹਾ ਬਣ ਜਾਣਾ ਜਿਹੜਾ ਤੁਸੀਂ ਕੰਪਨੀ ਰੱਖਦੇ ਆ। ਸੋ ਕਨੈਕਟ ਟੂ ਅਦਰਸ ਹੂ ਆਰ ਹੈਲਥੀ ਰਿਕਵਰੀ ਵਿੱਚ, ਜਾਂ ਹੈਲਥੀ ਉਹਨਾਂ ਦੀ ਤਕੜੀ ਥੈਰੇਪੀ ਦੀ ਪ੍ਰੈਕਟਿਸ ਆ, ਪਾਠ ਕਰਨ ਦੇ ਇਹੋ ਜਿਹੀਆਂ ਚੀਜ਼ਾਂ ਹੈ ਨਾ। ਅਤੇ ਤੀਜਾ ਹੈਗਾ ਡੇਲੀ ਪ੍ਰੈਕਟਿਸ। ਸੋ ਜਦੋਂ ਇਹ ਛੁੱਟ ਜਾਂਦੀ ਹੈ, ਜੋ ਵੀ ਆਦਮੀ 20 ਸਾਲ ਸੋਫੀ ਹੋਇਆ ਸਹੀ ਢੰਗ ਦੇ ਨਾਲ, ਉਹ ਸ਼ਾਂਤੀ ਉਹਨੇ ਕੋਈ ਨਾ ਕੋਈ ਮਿਹਨਤੀ ਤਾਂ ਕੀਤੀ ਹੋਊਗੀ ਪੱਕਾ। ਮੈਂ ਆਪਦੀ ਗੱਲ ਦੱਸਦਾ, ਮੇਰਾ ਦਿਮਾਗ ਸੈੱਟ ਕਿਵੇਂ ਹੋਇਆ? ਕਿਉਂਕਿ ਮੈਂ ਕਈ ਸਾਲ ਦੀ ਮਿਹਨਤ ਕੀਤੀ, ਐਵੇਂ ਹੀ ਕੁਛ ਨਹੀਂ ਹੋਇਆ। ਅਤੇ ਜਿਹੜਾ ਹੁਣੇ ਸੈੱਟ ਰਹਿੰਦਾ ਉਹ ਡੇਲੀ ਦਾ ਕੰਮ ਹੈ। ਇੱਕ ਦਿਨ ਦਾ ਕੰਮ ਛੁੱਟ ਗਿਆ, ਤੁਹਾਨੂੰ ਮੈਂ ਸਮਝਾ ਨਹੀਂ ਸਕਦਾ ਕਿੰਨਾ ਕਰੇਜ਼ੀ ਕੰਮ ਚੱਲਦਾ ਦਿਮਾਗ 'ਚ ਮੇਰੇ 'ਚ। ਪਰ ਜੇ ਮੈਂ ਆਪਦੀ ਡੇਲੀ ਥੈਰੇਪੀ ਕਰਦਾ, ਡੇਲੀ ਪ੍ਰੈਕਟਿਸ ਕਰਦਾ, ਪਾਠ ਜੋ ਵੀ ਜਿਹੜੀਆਂ ਚੀਜ਼ਾਂ ਕਰਦਾ, ਆਈ ਐਮ ਗੁੱਡ। ਇਹ ਹੁੰਦਾ ਸੈਲਫ ਥੈਰੇਪੀ। ਅਤੇ ਜਦੋਂ ਅਸੀਂ ਨਹੀਂ ਕਰਦੇ, ਅਸੀਂ ਕਹਿੰਦੇ ਸੈਲਫ ਥੈਰੇਪੀ ਰੀਲੈਪਸ। ਮੈਂ ਰੀਲੈਪਸ ਦਾ ਲਫ਼ਜ਼ ਮੈਂ ਵਰਤਦਾ ਕਿਉਂ? ਕਿਉਂਕਿ ਇਟ ਇਜ਼ ਰੀਅਲ। ਸੋ ਇਹ ਸੈਲਫ ਥੈਰੇਪੀ ਰੀਲੈਪਸ, ਇਹ ਕੈਟੇਗੋਰੀ ਕਿਵੇਂ ਹੁੰਦੀ ਹੈ? ਇਹ ਹੁੰਦਾ ਤੁਸੀਂ ਆਪਦਾ ਡੇਲੀ ਵਾਲਾ ਕੰਮ ਛੱਡਤਾ ਪਰ ਹਜੇ ਤੰਗ ਨਹੀਂ ਹੋਏ। ਅਤੇ ਮੈਂ ਲੰਬਾ ਐਰੋ ਰੱਖਿਆ ਇਹਦੇ ਵਾਸਤੇ, ਕਿਉਂਕਿ ਕਾਫੀ ਚਿਰ ਨਿਕਲ ਜਾਂਦਾ, ਸਾਨੂੰ ਲੱਗਦਾ ਅਸੀਂ ਠੀਕ ਹਾਂ, ਪਾਠ ਨਹੀਂ ਕੀਤਾ, ਠੀਕ ਹੈ, ਇੱਕ ਦਿਨ, ਇੱਕ ਹਫ਼ਤਾ, ਵਧੀਆ। ਪਰ ਦਿਨ ਲਾਈਫ ਦੇ ਵਿੱਚ ਟ੍ਰਿਗਰ ਹੁੰਦੇ। ਟ੍ਰਿਗਰ ਕੀ ਹੁੰਦਾ? ਕਰੰਟ ਤੋਂ ਜੇ ਬਾਰ ਕਰੰਟ ਵੱਜਦਾ, ਇੱਕ ਦਿਨ ਕੋਈ ਅੱਗ ਲੱਗੂਗੀ ਜੇ ਕੋਈ ਉਹਦੇ ਗੈਸਲੀਨ ਹੈਗੀ ਹੈ। ਅਤੇ ਇੱਕ ਦਿਨ ਇਮੋਸ਼ਨਲ ਰਿਲੈਪਸ ਹੋਊਗਾ। ਕਦੋਂ? ਇਹਦਾ ਪਤਾ ਨਹੀਂ, ਮਹੀਨਾ, 2 ਮਹੀਨੇ, ਇੱਕ ਹਫ਼ਤਾ, ਪਰ ਹੋਊਗਾ ਪੱਕਾ। ਪਰ ਜਦੋਂ ਹੋ ਜਾਂਦਾ, ਇਹ ਬੰਦਾ ਕੀ ਕਰਦਾ? ਇਹ ਕਹਿੰਦਾ ਉਹਨੇ ਮੈਨੂੰ, ਉਹ ਫਲਾਣੇ ਨੇ ਮੈਨੂੰ ਐਵੇਂ ਕਹਿ ਤਾ, ਉਸ ਕਰਕੇ ਹੋ ਗਿਆ। ਮੇਰੀ ਬੇਟੀ ਦਾ ਟੈਸਟ ਸਹੀ ਨਹੀਂ ਹੋਇਆ, ਉਸ ਕਰਕੇ ਹੋ ਗਿਆ। ਉਹ ਮੈਨੂੰ ਜੌਬ ਨਹੀਂ ਮਿਲੀ, ਉਸ ਕਰਕੇ ਹੋ ਗਿਆ। ਮੈਨੂੰ ਇਹ ਜਾਂ ਉਹ 1000 ਲੱਖ ਕਰੋੜ ਐਕਸਕਿਊਸਿਸ ਹੁੰਦੇ ਆ ਕਿਉਂ ਆਦਮੀ ਉਹ ਸਟੈਪ ਲੈਂਦਾ ਡਿਸਟਰਬ ਹੋਣ ਲਈ। ਪਰ ਅਸਲ 'ਚ ਜੇ ਕਰੰਟ ਵੱਜਦਾ, ਤੁਹਾਨੂੰ ਪੁੱਛਣਾ ਚਾਹੀਦਾ, ਜੇ ਉਹਦੇ ਆਲੇ ਦੁਆਲੇ ਕੋਈ ਫਿਊਲ ਹੈਗਾ, ਕੋਈ ਗੈਸਲੀਨ, ਕੋਈ ਗੈਸ, ਕੋਈ ਲੱਕੜ ਸੁੱਕੀ ਵੀ ਹੋਊਗੀ ਨੇੜੇ ਤੇੜੇ, ਫੇਰ ਹੀ ਅੱਗ ਲੱਗੂ। ਉਹ ਤੋਂ ਬਿਨਾਂ ਅੱਗ ਨਹੀਂ ਲੱਗ ਸਕਦੀ। ਜਦੋਂ ਤੁਸੀਂ ਸੈਲਫ ਥੈਰੇਪੀ, ਤੁਸੀਂ ਸੋਚ ਲਓ, ਹੁਣੇ ਵਾਹਵਾ ਸਾਰਾ ਮੀਂਹ ਪਿਆ, ਐਟਲੀਸਟ ਇੱਥੇ ਇਸ ਟਾਈਮ ਕੈਨੇਡਾ 'ਚ, ਕੈਲਗਰੀ 'ਚ ਜੂਨ ਦੇ ਵਿੱਚ ਵਾਹਵਾ ਸਾਰਾ ਮੀਂਹ। ਕੋਈ ਇੱਥੇ ਫੋਰੈਸਟ ਫਾਇਰ ਹੋਈ ਹੈ? ਬਿਜਲੀ ਤਾਂ ਬਹੁਤ ਚੱਲਦੀ ਸੀ, ਲਾਈਟਨਿੰਗ ਤਾਂ ਬਹੁਤ ਸੀ, ਕੋਈ ਫੋਰੈਸਟ ਫਾਇਰ ਸੁਣੀ ਹੈ? ਜਮਾ ਹੀ ਨਹੀਂ। ਕਿਉਂ?
ਕਿਉਂਕਿ ਗਿੱਲਾ ਜਿਹੜੇ ਘਾਹ ਉਹ ਵੀ ਗਿੱਲਾ, ਉਹ ਹਰਾ ਹਰਾ ਹੋਇਆ ਪਿਆ, ਦਰਖਤ ਉਹ ਵੀ ਗਿੱਲੇ ਆ, ਹਰੇ ਹਰੇ ਹੋਏ ਪਏ ਆ। ਜੇ ਕੋਈ ਅੱਗ ਲੱਗਦੀ ਵੀ ਹੈ ਉਹਨੂੰ ਕੋਈ ਫਿਊਲ ਨਹੀਂ ਮਿਲਦਾ, ਤੇ ਜੇ ਕੋਈ ਫਿਊਲ ਨਹੀਂ ਮਿਲਦਾ ਅੱਗ ਕਿਵੇਂ ਲੱਗੂ? ਤੇ ਜੇ ਲੱਗ ਗਈ ਵੱਡੀ ਕਿਵੇਂ ਹੋ? ਨਹੀਂ ਹੋਣੀ। ਆਪਦਾ ਦਿਮਾਗ ਤੇ ਆਪਦਾ, ਜੇ ਤੁਹਾਡਾ ਘਰ ਵਾਲਾ ਹੈਗਾ ਔਰ ਘਰ ਵਾਲੀ ਹੈਗੀ ਹੈ ਜਾਂ ਕੋਈ ਨਾ ਕੋਈ ਹੈਗਾ ਜਿਹੜਾ ਪੀਂਦਾ ਕਰਦਾ, ਆਪਦੇ ਦਿਮਾਗ ਵਿੱਚ ਆਹ ਚੀਜ਼ ਬੰਦ ਕਰੋ। ਸਿਰਫ ਸ਼ਰਾਬ, ਇਹ ਫਿਜ਼ੀਕਲ ਰਿਲੈਪਸ ਦੇ ਲੱਖ ਲੱਖ ਕਰੋੜ ਵਾਲੇ ਹੁੰਦੇ ਆ, ਬਹੁਤ ਢੰਗ ਦੇ ਹੁੰਦੇ ਆ। ਪਿੱਛੇ ਅਸੀਂ ਉਹਦੇ ਪੈ ਜਾਂਦੇ ਹਾਂ, ਉਹ ਨਹੀਂ ਜੀ ਜਸਟ ਸ਼ਰਾਬ ਨਾ ਪੀਓ, ਪਰ ਠੀਕ ਹੈ ਫੀਮ ਲਾ ਲਓ। ਓਕੇ ਠੀਕ ਹੈ ਸ਼ਰਾਬ ਨਹੀਂ ਪੀਣਾ, ਫੀਮ ਨਹੀਂ, ਪਰ ਜੂਆ ਖੇਡ ਲਓ। ਐਟਲੀਸਟ ਤੁਸੀਂ ਪੀਂਦੇ ਨਹੀਂ, ਪਰ ਜੂਆ ਕਰ ਕਰਕੇ ਉੱਥੇ ਤੱਕ ਹੀ ਗੱਲ ਪਹੁੰਚੂਗਾ। ਨਿਊਰੋਬਾਇਓਲੋਜੀ ਦਾ ਇਹ ਮੁਹਾਲ ਬਣ ਗਿਆ। ਪਰ ਜੇ ਤੁਸੀਂ ਸੋਫੀ ਰਹਿਣ, ਤੁਹਾਨੂੰ ਸਮਝਣਾ ਪੈਣਾ 4 ਸਟੇਜਸ ਰਿਲੈਪਸ ਦੇ। ਪਹਿਲਾ ਹੁੰਦਾ ਜਿਹੜਾ ਆਦਮੀ ਉਹਦੀ ਸੈਲਫ ਥੈਰੇਪੀ ਛੱਡਤੀ। ਜ਼ਿਆਦਾ ਆਦਮੀ ਸਾਡੇ ਕੋਲ ਹੁੰਦੇ, ਉਹਨੂੰ ਕੱਖ ਨਹੀਂ ਪਤਾ ਸੈਲਫ ਥੈਰੇਪੀ ਬਾਬਤ। ਉਹਨਾਂ ਨੂੰ ਜ਼ਰੂਰ ਕਿਸੇ ਨੇ ਦੱਸਿਆ ਹੋਗਾ, ਪਾਠ ਕਰ ਲਾ, ਤੂੰ ਬੇਇੱਜ਼ਤੀ ਕਿਉਂ ਕਰਦਾ ਆਪਦੇ ਗੁਰੂਆਂ ਦੇ, ਇਹ ਚੀਜ਼ਾਂ ਉਹਨਾਂ ਦੇ ਦਿਮਾਗ ਵਿੱਚ ਇਹ ਹੈਗਾ, ਅਤੇ ਉਹ ਕਰਦੇ ਨਹੀਂ। ਕਿਉਂਕਿ ਜਿਹੜਾ ਜੇ ਅਸੀਂ ਕਿਸੇ ਨੂੰ ਡੰਡੇ ਦੇ ਨਾਲ ਅਸੀਂ ਕਹਿੰਦੇ ਹਾਂ ਕਰੋ ਕਰੋ ਕਰੋ, ਉਹਨੇ ਨਹੀਂ ਕਰਨਾ। ਜੇ ਅਸੀਂ ਸਿਆਣੀਆਂ ਚੀਜ਼ਾਂ ਵੀ ਡੰਡਿਆਂ ਦੇ ਨਾਲ ਸਮਝਾਉਂਦੇ ਹਾਂ, ਮੈਂ ਤੁਹਾਨੂੰ ਦੱਸਦਾ ਕਿਉਂ ਲੋਕ ਧਰਮ ਨੂੰ ਛੱਡ ਦਿੰਦੇ ਆ, ਕਿਉਂਕਿ ਉਹਨੂੰ ਡੰਡਿਆਂ ਦੇ ਨਾਲ ਸਿਖਾਉਂਦੇ ਰਹੇ। ਜੇ ਅਸੀਂ ਕੋਈ ਵੀ ਬੱਚੇ ਨੂੰ ਰੱਬ ਵਾਲਾ ਡੰਡਾ ਮਾਰਦੇ ਹਾਂ, ਉਹ ਫਿਰ ਸੋਚੂਗਾ ਰੱਬ ਡੰਡੇ ਮਾਰਨਾ ਮੈਂ ਨੇੜੇ ਕਿਉਂ ਜਾਵਾਂ। ਇਹ ਹਰ ਧਰਮ ਦੇ ਵਿੱਚ ਪ੍ਰੋਬਲਮ ਇਹ ਹੁੰਦੀ ਹੈ। ਪਰ ਉਸ ਕਰਕੇ ਤੇ ਹੋਰ ਚੀਜ਼ਾਂ ਕਰਕੇ ਸਿਖਾਇਆ ਜਾਂਦਾ ਰੋ ਨਾ। ਮੈਂ ਗੁਰੂਆਂ ਦੀ ਇੱਕ ਸਾਖੀ ਵੇਖਦਾ ਸੀਗਾ, ਮੈਂ ਰੋ ਪਿਆ। ਮੇਰੇ ਸਾਰੇ ਘਰ ਵਾਲੇ ਮੈਨੂੰ ਐਵੇਂ ਤੂੰ ਕਿ ਮੈਂ ਕਿਹਾ ਖੁਸ਼ੀ ਵਾਲੇ ਟੀਅਰਸ ਹੈਗੇ, ਵਧੀਆ, ਮੈਨੂੰ ਸੋਹਣੀ ਲੱਗੀ ਸਾਖੀ, ਰੋਣਾ ਨਿਕਲ ਗਿਆ, ਵਧੀਆ ਗੱਲ ਹੈ। ਉਹ ਫਿਕਰ ਕਰਨ ਲੱਗ ਪਏ। ਦਿਮਾਗ 'ਚ ਬੇਸਿਕ ਨੌਲੇਜ ਕਿਸ ਤਰ੍ਹਾਂ ਦਿਮਾਗ ਠੀਕ ਹੋਣਾ ਹੈ ਨਹੀਂ ਗੀ। ਸੋ ਬਹੁਤ ਲੋਕ ਸਾਡੇ ਕੋਲ ਆਉਂਦੇ ਆ ਫਿਜ਼ੀਕਲ ਰਿਲੈਪਸ। ਪਹਿਲਾਂ ਅਸੀਂ ਉਹਨਾਂ ਨੂੰ ਸਮਝਾਉਂਦੇ ਹਾਂ, ਨਹੀਂ ਜੀ ਪਹਿਲਾਂ ਪੀਣ ਤੋਂ ਪਹਿਲਾਂ ਟਾਈਮ ਹੈਗਾ ਜਿਹੜੇ 'ਚ ਤੁਸੀਂ ਸੋਚਦੇ ਹੋ, ਉਦੋਂ ਤੁਸੀਂ ਰੁਕ ਸਕਦੇ ਆ ਜੇ ਤੁਹਾਡੇ ਕੋਲ ਪਲਾਨ ਹੈ। ਉਹਦੇ ਤੋਂ ਪਹਿਲਾਂ ਸ਼ਾਇਦ ਦਿਮਾਗ ਵਿੱਚ ਨਹੀਂ ਹੈਗਾ, ਪਰ ਇਮੋਸ਼ਨਲੀ ਡਿਸਟਰਬ ਹੈਗੇ ਆ, ਉਹਦੇ ਵਾਸਤੇ ਕੁਛ ਕਰ ਸਕਦੇ। ਬਰੀਦਿੰਗ, ਟੈਪਿੰਗ, ਜੋ ਵੀ ਚੀਜ਼ਾਂ ਅਸੀਂ ਇੱਥੇ ਨਾਮ ਜਾਂ ਕੋਈ ਹੋਰ ਥਾਂ ਸਿਖਾਉਂਦੇ ਆ, ਜਰਨਲਿੰਗ, ਗੱਲਾਂ ਕਰਨੀਆਂ ਕਿਸੇ ਦੇ ਨਾਲ, ਇਹਨੂੰ ਸ਼ਾਂਤ ਹੋਣ ਵਾਸਤੇ ਥੈਰੇਪੀਜ਼, ਨਿਊਰੋ ਫੀਡਬੈਕ, ਬਾਇਓ ਫੀਡਬੈਕ ਜੋ ਵੀ ਹੈਗੇ ਆ, ਇਹ ਕਰਕੇ ਸਿੱਖ ਕੇ ਤੁਸੀਂ ਇਹ ਸਟੇਜ 'ਤੇ ਆ ਸਕਦੇ ਜਿੱਥੇ ਤੁਸੀਂ ਫੀਲ ਗੁੱਡ, ਪਰ ਫਿਰ ਭੁੱਲ ਜਾਂਦੇ ਆ ਕਿਉਂ ਯੂ ਫੀਲ ਗੁੱਡ, ਤੁਸੀਂ ਕਿਉਂ ਠੀਕ ਫੀਲ ਕਰਦੇ ਆ। ਸੈਲਫ ਥੈਰੇਪੀ ਕਰਕੇ ਤੁਸੀਂ ਇੱਥੇ ਨਹੀਂ ਹੁੰਦੇ, ਅਤੇ ਉਹ ਲਾਈਫ ਲੌਂਗ ਪ੍ਰੋਸੈਸ ਹੈ। ਜਿੰਨਾ ਵੀ ਵਿਗੜਿਆ ਤੁਹਾਡਾ ਕੰਮ, ਜੇ ਤੁਸੀਂ 20-30 ਸਾਲ ਪੀਂਦੇ ਆ, ਜੇ ਤੁਹਾਡੇ ਮੰਮੀ ਡੈਡੀ ਪੀਂਦੇ ਆ ਅਤੇ ਬਹੁਤ ਜਨਰੇਸ਼ਨ ਤੋਂ ਡਿਸਟਰਬ ਹੈ ਕੰਮ, ਇਹ ਫਿਰ ਲਾਈਫ ਲੌਂਗ ਤੁਹਾਨੂੰ ਕਰਨੀ ਪੈਣੀ ਹੈ। ਇਸ ਦਵਾਈ ਸਮਝ ਕੇ, ਆਈ ਐਮ ਅ ਡਾਕਟਰ, ਮੈਂ ਪ੍ਰਿਸਕ੍ਰਿਪਸ਼ਨ ਮੈਂ ਲਿਖਦਾ ਹੁੰਦਾ ਨਾਮ ਵਾਲੀ, ਅਤੇ ਮੈਂ ਉਹਦੇ 'ਤੇ ਸੈਲਫ ਥੈਰੇਪੀ ਮੈਂ ਕਈ ਵਕਤ ਮੈਂ ਲਿਖਦਾ ਹੁੰਦਾ। ਜੇ ਕੋਈ ਦਵਾਈ ਭਾਲਦੇ ਹਨ, ਤੁਸੀਂ ਉਹ ਦਵਾਈ ਲੈ ਲਓ, ਅਤੇ ਜੇ ਨਹੀਂ ਲੈਂਦੇ, ਇਹ ਇੱਕ ਰੀਲੈਪਸ ਹੈਗਾ। ਅਤੇ ਸਭ ਤੋਂ ਵਧੀਆ ਚੀਜ਼ ਇਹ ਹੈ, ਮੈਂ ਹੁਣ ਤੁਹਾਨੂੰ ਸਭ ਤੋਂ ਵਧੀਆ ਚੀਜ਼ ਦੱਸੂੰਗਾ। ਇਹ ਜਿਹੜਾ ਸਟੇਜ ਹੈ, ਪਹਿਲਾ ਰਿਕਵਰੀ ਦੇ ਵਿੱਚ ਇੱਥੇ ਆਉਂਦੇ ਆ, ਹੌਲੀ ਹੌਲੀ ਸਿੱਖ ਕੇ ਇੱਥੇ ਤੱਕ ਜਾਂਦੇ ਆ, ਅਤੇ ਫਿਰ ਕੰਮ ਹੁੰਦਾ ਇੱਥੇ ਮੇਨਟੇਨ ਕਰਨਾ। ਅਤੇ
ਸਭ ਤੋਂ ਵੱਡੀ ਗੱਲ ਘਰ ਵਾਲਿਆਂ ਦੇ ਵਾਸਤੇ ਕੀ ਹੈ, ਦੂਜਿਆਂ ਨੂੰ ਪਹਿਲਾਂ ਪਤਾ ਲੱਗ ਜੂਗਾ ਜਦੋਂ ਆਦਮੀ ਨੇ ਆਪਦੀ ਸੈਲਫ ਥੈਰੇਪੀ ਛੱਡਤਾ। ਤੇ ਜੇ ਉਸ ਟਾਈਮ 'ਤੇ ਕੋਈ ਸਿਆਣਾ ਉਹਨਾਂ ਨੂੰ ਪਿਆਰ ਨਾਲ ਸਮਝਾਉਂਦਾ, ਜੀ ਤੁਸੀਂ ਸ਼ਾਇਦ ਡਾਕਟਰ ਗਿੱਲ ਕੋਲੇ ਜਾਣਾ, ਜੀ ਤੁਸੀਂ ਸ਼ਾਇਦ ਉਹ ਕੋਈ ਇਹ ਮੀਟਿੰਗ ਕੋਲੇ ਜਾਣਾ, ਆਪਦਾ ਚੰਗਾ ਸੱਜਣ ਜਿਹੜਾ ਪੀਣ ਨੂੰ ਹਟ ਗਿਆ, ਜਿਹੜਾ ਤੁਹਾਡੇ ਨਾਲ ਸੋਫੀ ਹੋਇਆ, ਉਹਨੂੰ ਮਿਲਣਾ, ਅਸੀਂ ਇਕੱਠੇ ਬਰੀਦਿੰਗ ਕਰੀਏ ਜਾਂ ਟੈਪਿੰਗ ਕਰੀਏ, ਪਾਠ ਕਰੀਏ ਨਾਲ ਜੁੜ ਕੇ। ਇਹ ਸਟੇਜ 'ਤੇ 1% ਐਫਰਟ ਲੱਗੂਗਾ, ਬਹੁਤ ਥੋੜ੍ਹਾ ਐਫਰਟ ਲੱਗੂਗਾ। ਜਦੋਂ ਆਦਮੀ ਆਪਦਾ ਬੈੱਡ ਬਣਾਉਣ ਨੂੰ ਹਟ ਗਿਆ, ਬਿਕਾਜ਼ ਉਹ ਵੀ ਇੱਕ ਥੈਰੇਪੀ ਹੈਗਾ, ਆਪਦਾ ਬੈੱਡ ਬਣਾਉਣਾ ਸਭ ਤੋਂ ਤਕੜੀ ਥੈਰੇਪੀ ਹੈਗੀ ਹੈ। ਆਪਦਾ ਕਮਰਾ ਸਾਫ਼ ਕਰਨਾ, ਬੈੱਡ ਬਣਾਉਣਾ, ਕਮਰਾ ਸਾਫ਼ ਕਰੋ, ਬੈੱਡ ਬਣਾਓ, ਦਿਮਾਗ ਵੀ ਸਾਫ਼ ਹੋ ਜਾਊਗਾ। ਜੇ ਬੈੱਡ ਬਣਾਉਣ ਨੂੰ ਹਟ ਗਿਆ ਅਤੇ ਤੁਹਾਡਾ ਘਰ ਵਾਲਾ ਤੁਹਾਨੂੰ ਪਤਾ ਲੱਗ ਗਿਆ, ਤੁਸੀਂ ਉਹਨੂੰ ਜਸਟ ਪਿਆਰ ਨਾਲ ਕਹਿ ਦਿਓ, ਜੀ ਇਹ ਇੱਕ ਸੈਲਫ ਡਾਕਟਰ ਨੇ ਕਿਹਾ ਇਹ ਇੱਕ ਰੀਲੈਪਸ ਹੈਗਾ। ਰੀਲੈਪਸ ਦਾ ਮਕਸਦ ਹੈਗਾ ਗੈਰੰਟੀਡ, 100% ਗੈਰੰਟੀਡ ਟੂ ਗੋ। 100% ਜੇ ਤੁਸੀਂ ਸੈਲਫ ਥੈਰੇਪੀ ਸ਼ੁਰੂ ਨਹੀਂ ਕਰਦੇ, 100% ਇੱਕ ਦਿਨ, ਇੱਕ ਮਹੀਨਾ, ਇੱਕ ਹਫ਼ਤਾ ਬਾਅਦ ਇੱਥੇ ਤੱਕ ਪਹੁੰਚੋਗੇ। ਤਾਂ ਤੁਹਾਨੂੰ ਪਤਾ ਨਹੀਂ, ਜਿਵੇਂ ਮੈਂ ਇੱਕ ਐਗਜ਼ਾਮਪਲ ਦਿੰਦਾ, ਜੇ ਤੁਸੀਂ ਕੋਈ ਚਿੱਠੀ ਆਪਦੇ ਆਪ ਨੂੰ ਲਿਖ ਲਈ, 2 ਮਹੀਨੇ ਬਾਅਦ ਤੁਸੀਂ ਡਿਲੀਵਰੀ ਡੇਟ ਸੈੱਟ ਕਰ ਲਿਆ, ਉਹ ਜਿਵੇਂ ਕੋਈ ਫਲਾਵਰਸ, ਤੁਸੀਂ 2 ਮਹੀਨੇ ਬਾਅਦ ਆਪਦੇ ਆਪ ਨੂੰ ਕੋਈ ਫਲਾਵਰਸ ਭੇਜ ਤੇ, ਸੋ ਫਿਰ 2 ਮਹੀਨੇ ਵਾਹਵਾ ਚਿਰ ਹੈ ਨਾ। ਸੋ 2 ਮਹੀਨੇ ਲੰਘ ਗਏ, ਤੁਸੀਂ ਭੁੱਲ ਗਏ ਫਲਾਵਰਸ ਭੇਜਣ। ਇੱਕ ਦਿਨ ਫਲਾਵਰਸ ਆ ਗਏ, ਹੈਰਾਨ ਹੋ ਗਏ, ਖੁਸ਼ੀ ਹੋ ਗਈ, ਪਰ ਆ ਕਿਉਂ ਆਏ, ਤੁਸੀਂ ਭੁੱਲ ਗਏ। ਫਿਰ ਤੁਸੀਂ ਪੁੱਛਣਾ ਇਹ ਕਿਹਨੇ ਭੇਜੇ, ਤੁਸੀਂ ਪੁੱਛਣਾ ਕਿਉਂ ਭੇਜੇ, ਸਾਰੀਆਂ ਚੀਜ਼ਾਂ ਤੁਸੀਂ ਪੁੱਛਣਾ, ਬਿਕਾਜ਼ ਵਾਹਵਾ ਟਾਈਮ ਪਾਸ ਹੋ ਗਿਆ। ਸਾਰਾ ਪ੍ਰੋਬਲਮ ਹੈਗਾ ਵਾਹਵਾ ਟਾਈਮ ਪਾਸ ਹੋ ਜਾਂਦਾ ਜਦੋਂ ਅਸੀਂ ਡੇਲੀ ਐਕਟੀਵਿਟੀ ਨੂੰ ਛੱਡਦੇ ਹਾਂ ਅਤੇ ਸਿੰਪਟਮ ਇਮੋਸ਼ਨਲ ਰੀਲੈਪਸ ਸ਼ੁਰੂ ਹੋਣਾ। ਪਰ ਹੁੰਦਾ 100% ਗੈਰੰਟੀਡ, ਲਿਖ ਕੇ ਲਾ ਲਓ। ਅਤੇ ਜੇ ਇਮੋਸ਼ਨਲੀ ਤੁਸੀਂ ਡਿਸਟਰਬ ਆ, ਜੇ ਤੁਹਾਡੀ ਬਿਮਾਰੀ ਇਹ ਹੈ, ਇੱਕ ਦਿਨ, ਇੱਕ ਮਹੀਨਾ, ਇੱਕ ਹਫ਼ਤਾ ਗੈਰੰਟੀਡ ਤੁਸੀਂ ਸੋਚਣ ਲੱਗੋਗੇ। ਅਤੇ ਉਹ ਤੋਂ ਬਾਅਦ ਜੇ ਤੁਸੀਂ ਕੁਛ ਕਰਦੇ ਨਹੀਂ, 100% ਗੈਰੰਟੀਡ, ਗਰੰਟੀ ਹੈਗੀ ਹੈ ਤੁਸੀਂ ਉੱਥੇ ਪੀਣਾ ਹੀ ਹੈ। ਪਰ ਅਸੀਂ ਸਾਰਾ ਕੁਝ ਰੋਕ ਸਕਦੇ ਹਾਂ 1% ਐਫਰਟ ਸੈਲਫ ਥੈਰੇਪੀ 'ਤੇ। ਇਹ ਹੈਗਾ ਕੋਚਿੰਗ ਵਾਲਾ ਕੰਮ, ਇਹ ਹੈਗਾ ਫੈਮਿਲੀ ਫਰੈਂਡ ਵਾਲਾ ਕੰਮ, ਇਹ ਹੈਗਾ ਤੁਹਾਡਾ ਕੰਮ। ਆਪਦੇ ਆਪ ਨੂੰ ਚੈੱਕਲਿਸਟ ਤੁਸੀਂ ਬਣਾ ਸਕਦੇ ਆ, ਕਿਹੜੀਆਂ ਚੀਜ਼ਾਂ ਤੁਸੀਂ ਡੇਲੀ ਕਰਨੀਆਂ। ਤੁਹਾਨੂੰ ਪਤਾ ਹੈ ਉਹ ਏਅਰਪਲੇਨ ਵਾਲੇ, ਏਅਰਪਲੇਨ ਤੁਹਾਨੂੰ ਪਤਾ ਕਿੰਨਾ ਮਹਿੰਗਾ, $1 ਬਿਲੀਅਨ ਤੋਂ ਘੱਟ ਨਹੀਂ ਹੁੰਦਾ ਜਿਹੜਾ ਵੱਡਾ ਏਅਰਪਲੇਨ ਹੁੰਦਾ। ਸੋ ਜੇ ਕੋਈ ਪਾਇਲਟ ਇੱਕ ਇੱਧਰ ਉੱਧਰ ਕਰ ਲਵੇ, $100 ਮਿਲੀਅਨ ਦਾ ਨੁਕਸਾਨ। ਕੋਈ 에ਰਰ ਵਾਸਤੇ ਰੂਮ ਨਹੀਂ ਹੈਗਾ ਕਿਉਂਕਿ ਬਹੁਤ ਜ਼ਿਆਦਾ ਪੈਸੇ ਹੈਗੇ। ਸੋ ਏਅਰਲਾਈਨ ਇੰਡਸਟਰੀ ਵਿੱਚ ਕੀ ਹੁੰਦਾ, ਉਹ ਕੀ ਕਰਦੇ, ਉਹ ਚੈੱਕਲਿਸਟ ਬਣਾਉਂਦੇ ਆ। ਉਹ ਕੋਈ ਯਕੀਨ ਨਹੀਂ ਕਰਦੇ ਪਾਇਲਟ 'ਤੇ, ਪਾਇਲਟ 'ਤੇ ਜ਼ੀਰੋ ਯਕੀਨ ਆ ਉਹਨਾਂ ਦਾ, ਕਿਉਂਕਿ ਉਹਨਾਂ ਨੇ ਸਿੱਖਿਆ ਹਿਊਮਨ ਏਰਰ, ਭੁੱਲ ਜਾਂਦੇ ਆ, ਸ਼ਾਇਦ ਉਹਨੂੰ ਨੀਂਦ ਨਹੀਂ ਆਈ, ਸ਼ਾਇਦ ਸ਼ਰਾਬੀ ਹੈਗੇ, ਸ਼ਾਇਦ ਕੋਈ ਨਾ ਕੋਈ ਪ੍ਰੋਬਲਮ ਆ ਗਈ। ਉਹਨਾਂ ਨੇ ਪਾਇਲਟ ਜ਼ਰੂਰ ਟ੍ਰੇਨ ਕਰਨਾ, ਜ਼ਰੂਰ ਸਾਰਾ ਕੁਛ ਕਰਨਾ, ਪਰ ਯਕੀਨ ਨਹੀਂ ਕਰਨਾ ਉਹਦੇ 'ਤੇ। ਉਹਨਾਂ ਨੇ ਕਿਹਦੇ 'ਤੇ ਯਕੀਨ ਕਰਨਾ, ਚੈੱਕਲਿਸਟ 'ਤੇ। ਨੰਬਰ 1 ਹੋਇਆ, ਨੰਬਰ 2 ਹੋਇਆ, ਨੰਬਰ 3 ਹੋਇਆ, ਅਤੇ ਇੰਨਾ ਯਕੀਨ ਕਰਨਾ ਚੈੱਕਲਿਸਟ, ਉਹ ਕੁੰਜੀ ਦੇ ਨਾਲ ਆਨ ਵੀ ਨਹੀਂ ਹੁੰਦਾ ਏਅਰਪਲੇਨ ਜਿੰਨਾ ਚਿਰ ਆ ਚੈੱਕਲਿਸਟ ਤੁਸੀਂ ਭਰੇ ਨਹੀਂ। ਕੋਈ ਖੜ ਵੀ ਨਹੀਂ ਸਕਦਾ। ਉਸ ਕਰਕੇ ਬਹੁਤ ਥੋੜ੍ਹੇ ਏਅਰਪਲੇਨ ਐਕਸੀਡੈਂਟ ਹੁੰਦੇ ਆ। ਸਾਰਾ ਕੁਛ ਚੈੱਕਲਿਸਟ ਦੇ ਨਾਲ ਬਣਾਇਆ ਹੋਇਆ। ਲੂਬਰੀਕੇਸ਼ਨ ਚੈੱਕ ਕਰੋ, ਇੰਜਨ ਚੈੱਕ ਕਰੋ, ਵੀਲਸ ਚੈੱਕ ਕਰੋ,
ਜਸਟ ਆਪਦੀ ਫਲਾਈਟ ਕਰੂ ਨੂੰ ਚੈੱਕ ਕਰੋ, ਫੂਡ ਚੈੱਕ ਕਰੋ, ਸਾਰਾ ਚੈੱਕ 1000 ਲੱਖ ਚੈੱਕਲਿਸਟ ਹੋਣਗੇ, ਪਰ ਹਰ ਵਕਤ ਹਰ ਫਲਾਈਟ ਜਾਣ ਤੋਂ ਪਹਿਲਾਂ ਕਰਦੇ ਆ। ਉਸ ਕਰਕੇ ਪਲੇਨ ਸੇ ਕਈ ਗੁਣਾ ਜ਼ਿਆਦਾ ਸੇਫ ਹੈ ਕਾਰ ਚਲਾਉਣ ਨਾਲੋਂ। ਉਹਨਾਂ ਨੂੰ ਸਿੱਖਣਾ ਪਿਆ ਕਿਉਂਕਿ $100 of million lost every crash, even more, billions। ਪਰ ਅਲਕੋਹਲਿਕ ਸ਼ਰਾਬੀ ਬੰਦਾ, ਉਹਨੂੰ ਵੀ ਚੈੱਕਲਿਸਟ ਬਣਾਉਣੇ ਪੈਣ, ਉਹਨੂੰ ਆਪਦਾ ਚੈੱਕਲਿਸਟ ਕਰਨਾ ਪਾਰਟ। ਜਸਟ ਐਗਜ਼ਾਮਪਲ, ਜਰਨਲ ਕਰਨਾ, ਫਰੈਂਡ ਨਾਲ ਗੱਲ ਕਰਨੀ, ਬੈੱਡ ਬਣਾਉਣਾ, ਮੇਕ ਦ ਬੈੱਡ, ਫੂਡ ਖਾਣਾ, ਲਾਂਡਰੀ ਕਰਨੀ, ਜਿਵੇਂ ਵੀ ਹੈਗਾ, ਜਿਵੇਂ ਵੀ ਆਦਮੀ ਦਾ ਸਿਚੁਏਸ਼ਨ ਹੈਗਾ। ਤੇ ਇੱਕ ਦਿਨ ਡੇਲੀ ਉਹ ਚੈੱਕ ਕਰਨਾ, ਜੇ ਕੀਤਾ, ਜੇ ਨਹੀਂ ਕੀਤਾ ਨਾ ਚੈੱਕ ਕਰੋ। ਤੇ ਇੱਕ ਦਿਨ ਜੇ ਤੁਹਾਡੇ ਤੋਂ ਚੈੱਕ ਨਹੀਂ ਹੋਏ, ਰੀਲੈਪਸ, ਸੀਰੀਅਸ ਗੱਲ, ਅਲਾਰਮ ਸਾਈਨਸ, ਇਹੋ ਜਿਹੀ ਚੀਜ਼ ਹੋਣੀ ਚਾਹੀਦੀ, ਕਿਉਂਕਿ ਸਾਨੂੰ ਪਤਾ ਕੀ ਹੋਊਗਾ। ਇੱਕ ਦਿਨ, ਇੱਕ ਮਹੀਨਾ, ਇੱਕ ਹਫ਼ਤਾ, ਇੱਕ ਸਾਲ, ਇੱਕ ਜਿੰਨੇ ਵੀ ਟਾਈਮਿੰਗ 'ਤੇ ਡਿਪੈਂਡ ਹੈ, ਪਰ ਹੋਊਗਾ ਪੱਕਾ। ਅਤੇ ਉਹਦੇ ਤੋਂ ਬਾਅਦ ਛੇਤੀ ਕੰਮ ਹੀ ਜਾਊਗਾ। ਜੇ ਮੈਂਟਲ ਇਮੋਸ਼ਨਲ ਰੀਲੈਪਸ ਤੱਕ ਹੋ ਗਏ, ਹੁਣ 10% ਐਫਰਟ ਲੱਗੂਗਾ ਨਿਕਲਣ 'ਤੇ, ਜ਼ਿਆਦਾ ਟਾਈਮ, ਜ਼ਿਆਦਾ ਐਨਰਜੀ, ਸ਼ਾਇਦ ਡਾਕਟਰ ਕੋਲ ਜਾਣਾ, ਸ਼ਾਇਦ ਹੋਰ ਚੀਜ਼ਾਂ। ਜੇ ਮੈਂਟਲ ਰੀਲੈਪਸ 'ਤੇ ਹੁੰਦਾ ਹੋ ਫਿਰ ਔਖਾ ਕੰਮ ਹੈ, ਬਹੁਤ ਘੰਟੇ ਲੱਗਣਗੇ, ਬਹੁਤ ਟਾਈਮ ਲੱਗਣਗੇ। ਹੋ ਸਕਦਾ ਕਈ ਜਾਣੇ ਨੂੰ ਜੇ ਇੱਥੇ ਤੱਕ ਗੱਲ ਪਹੁੰਚੇ, ਫੈਮਿਲੀ ਆਫਟਨ ਡਿਸਟਰਬ ਹੁੰਦੀ ਹੈ, ਉਸ ਕਰਕੇ ਫੈਮਿਲੀ ਦੀ ਮਦਦ ਕਰ, ਫਿਰ ਪ੍ਰੋਫੈਸ਼ਨਲ ਜ਼ਿਆਦਾ ਚਾਹੀਦੇ, ਜਾਂ ਕੋਈ ਫਰੈਂਡ ਜਾਂ ਕੋਈ ਹੋਰ, ਬਹੁਤ ਟਾਈਮ ਲੱਗੂਗਾ। ਅਤੇ ਜੇ ਇੱਥੇ ਕੰਮ ਹੋ ਗਿਆ, ਸੋ ਅਸੀਂ ਕਹਿੰਦੇ ਹਾਂ 30% ਐਫਰਟ। ਜੇ ਇੱਥੇ ਤੱਕ ਗੱਲ ਪਹੁੰਚਦੀ ਹੈ ਫਿਜ਼ੀਕਲ ਰੀਲੈਪਸ ਤੋਂ ਬਾਅਦ, ਫਿਰ ਸਮਝ ਲਓ 80% ਐਫਰਟ ਲੱਗੂਗਾ। 8 ਗੁਣੇ ਜ਼ਿਆਦਾ, 80 ਗੁਣੇ ਜ਼ਿਆਦਾ ਐਫਰਟ ਲੱਗੂਗਾ ਜੇ ਬਾਰ ਆਦਮੀ ਪੀਂਦਾ। ਸੋ ਜਿਹੜੀ ਲੇਡੀ ਨੇ ਮੈਨੂੰ ਕੱਲ੍ਹ ਦੱਸਿਆ ਸੀਗਾ, ਨਹੀਂ ਜੀ ਜਸਟ ਉਹ 2 ਪੈਗ ਲਾ ਲਵੇ ਅਤੇ ਵਧੀਆ, ਜਸਟ 2 ਹੀ ਪੈਗ ਲਾ ਲਾ। ਮੈਂ ਇਸ ਕਰਕੇ ਕਹਿੰਦਾ, ਜੇ ਆਦਮੀ ਥੋੜ੍ਹਾ ਪੀਂਦਾ, ਉਹ ਕਰੋਨਿਕਲੀ ਫਿਜ਼ੀਕਲ ਰੀਲੈਪਸ ਦੇ ਵਿੱਚ ਰਹਿੰਦਾ, ਦਿਮਾਗ ਉਹਦੇ ਕਰੋਨਿਕਲੀ ਸੋਚੂਗਾ। 3 ਜਾਂ 6 ਮਹੀਨੇ ਸ਼ਰਾਬ ਤੋਂ ਬਿਨਾਂ ਲੱਗਦੇ ਆ ਦਿਮਾਗ ਨੂੰ ਸੈੱਟ ਹੋਣ 'ਤੇ। ਜਿਹੜਾ ਆਦਮੀ ਬਾਰ ਇੱਕ ਹਫ਼ਤਾ, ਇੱਕ ਮਹੀਨਾ, ਇੱਕ ਦਿਨ ਬਾਅਦ ਥੋੜ੍ਹਾ ਪੀਂਦਾ, ਦਿਮਾਗ ਉਹ ਮਾਹੌਲ 'ਚ ਰਹਿੰਦਾ, ਹੀਲ ਨਹੀਂ ਹੋ ਸਕਦਾ ਜੇ ਇੱਕ ਤਿਉਂਕਾ ਵੀ ਪੀਂਦਾ। ਜਿਹੜੇ ਨੂੰ ਐਲਰਜੀ, ਜਿਹੜੇ ਤੋਂ ਹਟਿਆ ਨਹੀਂ ਜਾਂਦਾ, ਮੈਂ ਉਹਨਾਂ ਦੀ ਨਹੀਂ ਗੱਲ ਕਰਦਾ, ਜਿਹੜੇ ਇੱਕ ਗਲਾਸ ਪੀ ਕੇ ਕੋਈ ਪ੍ਰੋਬਲਮ ਨਹੀਂ, ਉਹਨਾਂ ਦੇ ਨਾਲ ਕੋਈ ਮੇਰਾ ਮਕਸਦ ਨਹੀਂ ਹੈਗਾ। ਉਹ ਵੀ ਰੀਲੈਪਸ ਹੋ ਸਕਦੇ, ਪਰ ਉਹ ਕੋਈ ਹੋਰ ਚੀਜ਼ ਦੇ ਨਾਲ ਹੋਣਗੇ। ਪਰ ਪੰਜਾਬੀ ਜ਼ਿਆਦਾ ਵੈਸੇ ਪੀ ਨਹੀਂ ਸਕਦੇ ਬਾਲਾ, ਕਿਉਂਕਿ ਸਾਡੇ 'ਚ ਬਿਮਾਰੀ। ਮੈਂ ਹਸਪੀਟਲ ਵਾਲੇ ਮੈਨੂੰ ਕਹਿੰਦੇ ਹੁੰਦੇ ਆ, ਪੰਜਾਬੀਆਂ 'ਚ ਕੀ ਹੈ, ਸ਼ਰਾਬ ਇੰਨੇ ਲੋਕ ਤੁਹਾਡੇ ਪੀਂਦੇ, ਡਾਕਟਰ ਮੈਨੂੰ ਕਹਿੰਦੇ ਹੁੰਦੇ ਆ, ਵਾਈ ਪੰਜਾਬੀ ਪੀਪਲ। ਮੈਂ ਉਹਨੂੰ ਕਹਿੰਦਾ, ਮੈਨੂੰ ਨਹੀਂ ਪਤਾ, ਜਸਟ ਪਰ ਕੈਪੀਟਾ ਦੁਨੀਆ 'ਚੋਂ ਸਭ ਤੋਂ ਵੱਧ ਸ਼ਰਾਬ ਪੀਤੀ ਜਾਂਦੀ ਹੈ ਪੰਜਾਬ 'ਚ। ਇਹ ਕੋਈ ਇਨਾਮ ਨਹੀਂ ਹੈਗਾ, ਇਹ ਬਿਮਾਰੀ ਹੈ ਵੱਡੀ ਸਾਰੀ, ਅਤੇ ਬਹੁਤ ਚੜ੍ਹਦੀ ਹੈ, ਸੋ ਬਚ ਕੇ ਰਹੋ। ਸੋ ਜੀ ਰੀਲੈਪਸ, ਹਰ ਰੀਲੈਪਸ ਵਾਸਤੇ ਪਲਾਨ ਹੋਣਾ ਚਾਹੀਦਾ। ਜੇ ਅਸੀਂ ਪਲਾਨਿੰਗ ਕਰਦੇ ਹਾਂ, ਜਦੋਂ ਆਦਮੀ ਵੈਲ ਹੈ, ਪਲਾਨ ਬਣਾ ਕੇ ਰੱਖੋ, ਅਤੇ ਜਿੰਨਾ ਅੱਗੇ ਸਟੇਜ ਚੱਲਿਆ ਗਿਆ, ਓਨਾ ਤਕੜਾ ਪਲਾਨ ਹੋਣਾ ਚਾਹੀਦਾ, ਓਨੇ ਕੁ ਜ਼ਿਆਦਾ ਲੋਕ ਇਨਵੋਲਵ ਹੋਣੇ ਚਾਹੀਦੇ। ਜੇ ਇੱਥੇ ਤੱਕ ਗੱਲ ਪਹੁੰਚ ਗਈ, ਕੋਈ ਫੈਮਿਲੀ ਤੋਂ ਬਾਹਰ ਜਿਹੜਾ ਕੋਈ ਮਾਮਾ ਜਾਂ ਕੋਈ ਹੋਰ ਜਿਹੜਾ ਇੰਟਰਨਲੀ ਕੰਮ ਨਹੀਂ ਹੋਣਾ, ਪ੍ਰੋਫੈਸ਼ਨਲ ਕੋਈ ਨਾ ਕੋਈ ਐਕਸਟਰੇ ਬੰਦੇ
ਜਿੰਨਾ ਕੁ ਜ਼ਿਆਦਾ ਇੱਧਰ ਜਾਂਦਾ ਉਨੇ ਕੁ ਜ਼ਿਆਦਾ ਜਾਣੇ ਚਾਹੀਦੇ ਆ ਬੰਦ ਕਰਨ ਵਾਸਤੇ। ਜੇ ਆਦਮੀ ਠੀਕ ਹੈ ਉਹ ਪਲਾਨ ਬਣਾ ਲਵੇ, ਮੌਕਾ ਟਾਈਮ ਜਿਹੜਾ ਬਣਾਉਣ 'ਤੇ ਹੁੰਦਾ ਜਦੋਂ ਆਦਮੀ ਸ਼ਾਂਤੀ 'ਚ ਹੈ, that's the time to make the plan for every stage। ਜੇ ਸੈਲਫ ਥੈਰੇਪੀ ਰੀਲੈਪਸ ਹੋ ਗਿਆ, ਐਡਿਕਸ਼ਨ ਸੈਂਟਰ ਵਿੱਚ ਕੀ ਕਰਦੇ ਹੁੰਦੇ ਆ, ਉਹ ਕਹਿੰਦੇ ਮੇਕ ਅ ਲੈਟਰ ਟੂ ਯੋਰ ਐਡਿਕਸ਼ਨ। ਆਪਦੇ ਆਪ ਨੂੰ ਤੁਸੀਂ ਕੋਈ ਲੈਟਰ ਲਿਖ ਲਓ। ਹੁਣ ਜਦੋਂ ਤੁਹਾਡਾ ਦਿਮਾਗ ਸਹੀ ਹੈ, ਸ਼ਾਂਤੀ 'ਚ, ਜੇ ਤੁਹਾਡਾ ਪੀਣ ਨੂੰ ਜੀ ਕੀਤਾ ਉਹ ਲੈਟਰ ਪੜ੍ਹ ਲਓ। ਉਹਨਾਂ ਦਾ ਮਕਸਦ ਇਹ ਹੈ ਜਦੋਂ ਤੁਹਾਡਾ ਦਿਮਾਗ ਸਹੀ ਕੰਮ ਕਰਦਾ ਉਦੋਂ ਪਲਾਨ ਚੈੱਕਲਿਸਟ ਵਗੈਰਾ ਬਣਾਓ। ਹਰ ਆਦਮੀ ਰੀਲੈਪਸ ਹੋ ਜਾਂਦਾ, ਇਹ ਹੋ ਜਾਂਦਾ। ਬਿਮਾਰੀ ਇਹੋ ਜਿਹੀ ਹੈ ਇੱਕਦਮ ਨਹੀਂ ਛੁੱਟਦੀ। ਜੇ ਇੱਕਦਮ ਛੁੱਟਦੀ ਹੈ ਕੋਈ ਔਡ ਹੈਗਾ, ਠੀਕ ਹੈ, ਕਦੇ ਕਦੇ ਆਦਮੀ ਅਰਦਾਸ ਕਰ ਲੈਂਦਾ, ਗੁਰੂ ਦੇ ਪੈਰ ਸੋ ਇਹ ਹੁੰਦਾ, ਪਰ ਉਹਦੇ ਤੋਂ ਪਹਿਲਾਂ ਕਈ ਟਰਾਈ ਹੁੰਦੇ ਆ। ਆਦਮੀ ਇੱਕਦਮ ਗੁਰੂ ਦੇ ਪੈਰ 'ਤੇ ਨਹੀਂ ਫਾਲ ਹੁੰਦਾ, ਉਹ ਯੂਜਲੀ ਲਾਈਫ ਉਹਦੀ ਕਾਫੀ ਬੁਰੀ ਹੋ ਜਾਂਦੀ ਹੈ ਅਤੇ ਕਈ ਵਾਰੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਫਿਰ ਹੀ ਉੱਥੇ ਤੱਕ ਪਹੁੰਚਿਆ। ਪਲਾਨ ਬਣਾਓ ਜਦੋਂ ਤੁਸੀਂ ਠੀਕ ਹੈ ਹਰ ਸਟੇਜ ਵਾਸਤੇ। ਕਿਹੜੇ ਸਾਈਨ ਹੈ ਸਾਰਿਆਂ ਨੂੰ ਸਮਝਾਓ, ਤੁਹਾਡੇ ਕਿਹੜੇ ਸਾਈਨ ਹੈ। ਵਰਕ ਐਜ਼ ਅ ਟੀਮ। ਜਦੋਂ ਫੈਮਿਲੀ, ਜਿਹੜੀ ਐਡਿਕਸ਼ਨ ਹੈ ਉਹ ਇੱਕ ਫੈਮਿਲੀ ਨੂੰ ਬਿਮਾਰ ਕਰਦੀ ਹੈ। ਫੈਮਿਲੀ ਇਕੱਠੇ ਹੀ ਛੇਤੀ ਹੀਲ ਹੋਊਗੀ, ਆਦਮੀ ਇਕੱਲਾ ਨਹੀਂ ਛੇਤੀ ਕਿਤੇ ਹੀਲ ਹੁੰਦਾ। ਪਰ ਫੈਮਿਲੀ ਕੀ ਕਹਿੰਦੀ, ਉਹ ਕਹਿੰਦੀ ਤੇਰੀ ਪ੍ਰੋਬਲਮ ਹੈ, ਤੂੰ ਸੰਭਾਲ। ਮੈਨੂੰ 20 ਸਾਲ ਮੇਰਾ ਦਿਮਾਗ ਖਾਇਆ। ਚਲੋ ਠੀਕ ਹੈ ਜੀ, ਉੱਥੇ ਤੱਕ ਗੱਲ ਪਹੁੰਚਦੀ ਹੈ, ਪਰ ਜ਼ਿਆਦਾ ਛੇਤੀ ਹੁੰਦਾ ਜੇ ਫੈਮਿਲੀ, ਜੋ ਵੀ ਫੈਮਿਲੀ ਮੈਂਬਰ, ਜੇ ਬੱਚੇ ਹੀ ਇਨਵੋਲਵ ਹੈ, ਜਸਟ ਐਡਿਕਟਿਡ ਬੰਦਾ ਉਹਨੂੰ ਇਨਵੋਲਵ ਕਰਨੀ ਪੈਣੀ ਹੈ, ਅਤੇ ਜਿਹੜੇ ਮਦਦ ਕਰਨ ਵਾਲੇ ਉਹਨਾਂ ਨੂੰ ਵੀ ਇਨਵੋਲਵ ਕਰਨਾ ਪੈਣਾ, ਫੈਮਿਲੀ ਡਾਕਟਰ ਨੂੰ ਵੀ ਇਨਵੋਲਵ ਕਰਨਾ ਪੈਣਾ। ਇਕੱਲੀ ਦਵਾਈ 'ਤੇ ਨਾ ਕਰੋ, ਬਿਕਾਜ਼ ਦਵਾਈ ਦੇ ਨਾਲ ਤੁਸੀਂ ਜਸਟ ਇੱਥੇ ਰਹਿੰਦੇ ਆ। ਦਵਾਈ ਖਾ ਕੇ ਫਿਰ ਵੀ ਡਿਸਟਰਬ ਰਹਿੰਦੇ ਆ, ਕੁਛ ਮਾਹੌਲ ਬਦਲਿਆ ਨਹੀਂ, ਫਿਰ ਉਸ ਕਰਕੇ ਦਵਾਈ ਦੇ ਫੇਲੀਅਰ ਰੇਟ ਹਾਈ ਹੁੰਦਾ, ਬਾਰ ਉੱਥੇ ਹੀ ਜਾਂਦੇ ਆ। ਦਵਾਈ ਖਾਂਦੇ ਹਾਂ ਸੋ ਘੱਟ ਪੀਂਦੇ ਹਾਂ। ਇੱਕ ਬੰਦਾ ਮੈਨੂੰ ਕਹਿੰਦਾ, ਉਹਦੀ ਵਾਈਫ ਉਹਨੇ ਕਹੀ ਮੈਂ 1.5 ਸਾਲ ਸੋਫੀ ਸੀ, ਪਰ ਉਹਨੇ ਕਿਹਾ ਮੈਨੂੰ ਫਿਰ ਵੀ ਮੈਂ ਉਵੇਂ ਹੀ ਹੈ। ਐਟਲੀਸਟ ਜਦੋਂ ਪੀਂਦਾ ਸੀ ਤੂੰ ਚੁੱਪ ਹੋ ਜਾਂਦਾ ਸੀ, ਹੁਣ ਤੂੰ ਚੁੱਪ ਵੀ ਨਹੀਂ ਹੁੰਦਾ। ਜੇ ਆਪਦੇ ਬੱਚਿਆਂ ਨੂੰ ਜੇ ਤੁਸੀਂ ਠੀਕ ਕਰਨਾ ਹੈ, ਇਕੱਲਾ ਸੋਫੀ ਨਹੀਂ ਹੋਣਾ ਚਾਹੀਦਾ, ਤਾਂ ਤੁਹਾਨੂੰ ਸ਼ਾਂਤ ਲੱਭਣੀ ਪੈਣੀ ਹੈ। ਸ਼ਾਂਤੀ ਆਊਗੀ ਸੈਲਫ ਥੈਰੇਪੀ ਸਿੱਖ ਕੇ। ਸੈਲਫ ਥੈਰੇਪੀ ਸਿੱਖੋਗੇ ਜੇ ਤੁਸੀਂ ਕੋਈ ਸਿਆਣੇ ਸੱਜਣ ਕੋਲੇ ਆਓਗੇ। ਇਕੱਲਾ ਨਾਮ ਨਹੀਂ ਹੈਗਾ, ਕਈ ਏਜੰਸੀ ਸਾਰੀ ਦੁਨੀਆ 'ਚ ਹੁੰਦੇ ਆ, ਪਰ ਕਿਸੇ ਤੋਂ ਸਿੱਖਣਾ ਪੈਣਾ। ਅਸੀਂ ਆਪੇ ਤਾਂ ਨਹੀਂ ਸਿੱਖਦੇ, ਆਪੇ ਤਾਂ ਤੁਸੀਂ ਬਿਮਾਰ ਹੋ ਗਏ। ਰੀਚ ਆਊਟ ਟੂ ਲਰਨ, ਰੀਚ ਆਊਟ ਟੂ ਮੇਕ ਦ ਪਲਾਨ। ਫਿਰ ਬਿਮਾਰੀ ਸ਼ਰਾਬ ਦੀ ਐਡੀ ਨਹੀਂ ਹੈਗੀ। ਪਰ ਸੋਚੋ ਨਾ ਜੀ, ਜੇ ਆਦਮੀ ਰੀਲੈਪਸ ਹੁੰਦਾ, ਇਹ ਛੋਟੀ ਗੱਲ ਹੈ। ਜੇ ਆਦਮੀ ਕਰੇਵਿੰਗ ਹੁੰਦੀ ਹੈ, ਕਈ ਵਾਰੀ ਕਹਿੰਦੇ ਆ ਨਹੀਂ ਹੋ ਜਾਂਦਾ, ਭਲ ਉੱਠ ਗਿਆ ਮੇਰਾ, ਪਰ ਦਿਮਾਗ 'ਚ ਸੋਚ ਬਹੁਤ ਆਉਂਦੇ ਆ, ਪਰ ਇੱਕ ਸੋਚ ਤਕੜਾ ਕਿਉਂ ਬਣਦਾ? ਇਮੋਸ਼ਨਲ ਡਿਸਟਰਬ, ਉਹ ਹੈਗਾ ਲੱਕੜ ਸੁੱਕੀ। ਸ਼ਰਾਬ ਦਾ ਸੋਚ, ਨਸ਼ੇ ਦਾ ਸੋਚ, ਉਹ ਹੈਗਾ ਕਰੰਟ। ਕਰੰਟ ਇਕੱਲਾ ਵੱਜਦਾ ਰਹੇ, ਕੋਈ ਫਰਕ ਨਹੀਂ ਪੈਂਦਾ, ਸਾਰਾ ਦਿਨ ਵੱਜਦਾ, ਹੂ ਕੇਅਰ, ਕੁਛ ਨਹੀਂ ਹੋਣਾ। ਪਰ ਜੇ ਨਾਲ ਲੱਕੜ ਸੁੱਕੀ ਹੈ ਫਿਰ ਹੀ ਅੱਗ ਲੱਗੂ। ਡੋਂਟ ਇਗਨੋਰ ਦ ਕ੍ਰੇਵਿੰਗ। ਜੇ ਕਿਸੇ ਦਾ ਭਲ ਉੱਠਦਾ ਸੋਚ ਲਓ ਠੀਕ ਹੈ, ਭਲ ਉੱਠਦਾ, ਪਰ ਇੰਨੀਆਂ ਬੁਰੀਆਂ ਚੀਜ਼ਾਂ ਉਹ ਬੰਦੇ ਦੀ ਜ਼ਿੰਦਗੀ 'ਚ ਹੋਈਆਂ, ਭਲ ਉੱਠ ਕੇ ਖੜਾ ਕਿਉਂ ਨਹੀਂ ਛੱਡਿਆ? ਉਹ ਜਿਹੜਾ ਸੋਚ ਚੱਲਿਆ ਕਿਉਂ ਨਹੀਂ ਗਿਆ? ਸਾਡੇ ਹਰ ਬਲਿੰਕ ਆਫ ਦੀ ਆਈ 1000 ਸੋਚ ਆਉਂਦੇ ਆ ਦਿਮਾਗ 'ਚੋਂ, ਕਹਿੰਦੇ ਯੋਗਾ 'ਚ 1000 ਜਿਹੜੇ ਸੋਚ ਥਾਟ ਪਰ ਬਲਿੰਕ ਆਫ ਦੀ ਆਈ। ਬਹੁਤ ਸੋਚ ਆਉਂਦੇ ਆ, ਪਰ ਕਿਹੜੇ ਸੋਚ ਰਹਿੰਦੇ ਆ, ਕਿਉਂ ਰਹਿੰਦੇ ਆ?
ਸ਼ਰਾਬ ਵਾਲਾ ਸੋਚ, ਨਸ਼ੇ ਵਾਲਾ ਸੋਚ ਰਹਿੰਦਾ, ਜੇ ਰਹਿੰਦਾ ਉਹਦਾ ਮਤਲਬ ਹੈਗਾ ਯੂ ਆਰ ਇਮੋਸ਼ਨਲੀ ਡਿਸਟਰਬ। ਤੇ ਪੰਜਾਬੀ ਬਹੁਤ ਇਮੋਸ਼ਨਲੀ ਡਿਸਟਰਬ ਹੈ। ਇਮੀਗ੍ਰੇਸ਼ਨ ਹੋ ਗਈ, ਇੰਡੀਆ ਤਮਾਸ਼ੇ ਚੱਲਦੇ, ਘਰੇ ਤਮਾਸ਼ਾ, ਬਥੇਰੇ ਚੀਜ਼ਾਂ ਹੈਗੀਆਂ। ਕਿਸੇ ਦੀ ਮਦਦ ਕੀਤੀ, ਉਹਨੇ ਧੋਖਾ ਕੀਤਾ, ਉਹ ਪੰਜਾਬੀਆਂ ਦੀ ਸਾਖੀ ਹੁੰਦੀ ਹੈ ਜਿਹੜੇ ਇਮੀਗ੍ਰੇਟ ਕਰਦੇ ਆ। ਮੈਂ ਆਇਆ, ਮੈਂ ਇੰਨੀ ਹੈਲਪ ਕੀਤੀ, ਸਾਰੇ ਮੇਰੀ ਹੁਣ ਮੈਨੂੰ ਕੁਛ ਵੀ ਨਹੀਂ ਸਮਝਦੇ, ਹੁਣ ਮੈਨੂੰ ਗਾਲਾਂ ਹੀ ਕੱਢਦੇ ਆ। ਫਿਰ ਮੈਂ ਪੈਗ ਲਾ ਕੇ ਪੀ ਲੈਂਦਾ, ਨੀਂਦ ਨਹੀਂ ਆਉਂਦੀ, ਮੈਂ ਕੀ ਕਰਾਂ, ਕੰਮ ਨਹੀਂ ਹੁੰਦਾ। ਇਹ ਸਾਖੀ ਮੈਂ 1000 ਵਾਰੀ ਸੁਣੀ ਹੈ, ਕੋਈ ਨਾ ਕੋਈ ਵੇਰੀਏਸ਼ਨ। ਸੋ ਜੀ ਇਹਦੇ 'ਚ ਨਾ ਫਸੋ, ਯੂ ਆਰ ਬੈਟਰ ਦੈਨ ਦੈਟ। ਤੁਸੀਂ ਠੀਕ ਹੋ ਸਕਦੇ ਆ, ਫੈਮਿਲੀ ਠੀਕ ਹੋ ਸਕਦੀ ਹੈ। ਲੇਡੀ ਮੈਨੂੰ ਪੁੱਛਦੀ ਸੀ ਕਿ ਬੰਦਾ ਠੀਕ ਹੋ ਜਾਊਗਾ? ਜੀ ਆਹ ਕੰਮ ਅਸੀਂ ਕਿਉਂ ਕਰਦੇ ਹਾਂ? ਠੀਕ ਹੋ ਜਾਂਦੇ ਆ ਬੰਦੇ, ਪਰ ਉਹਨਾਂ ਨੂੰ ਆਹ ਸਮਝਣਾ ਪੈਣਾ। ਜੇ ਨਹੀਂ ਸਮਝਣ ਨੂੰ ਤਿਆਰ, ਜੇ ਕੁਛ ਨਹੀਂ ਹੋਣਾ। ਦੇ ਸਟੇ ਸਿਕ, ਦੇ ਡਾਈ। ਬਹੁਤ ਲੋਕ ਮਰਦੇ, ਬਹੁਤ ਲੋਕ ਮਰਦੇ। ਮੈਂ ਕਿਸੇ ਨੂੰ ਗਾਰੰਟੀ ਨਹੀਂ ਦਿੰਦਾ। ਬਿਮਾਰੀ ਡੈਡਲੀ ਹੈ, ਤੁਹਾਨੂੰ ਹੋਮਲੈਸ ਕਰੂਗਾ, ਤੁਹਾਨੂੰ ਜੇਲ੍ਹ 'ਚ ਭੇਜੂਗਾ, ਤੁਹਾਨੂੰ ਹਸਪੀਟਲ ਦਾਖਲ ਕਰੂਗਾ, ਤੁਹਾਨੂੰ ਮਰਨ ਤੱਕ ਤੁਸੀਂ ਜਾਓਗੇ। ਬਹੁਤ ਜਾਣਦੇ ਅਤੇ ਬਹੁਤ ਹੋਰ ਨੇ ਜਾਣਾ। ਅਸੀਂ ਤਾਂ ਜਸਟ ਬੇਨਤੀ ਹੈ, ਜਿਹੜਾ ਆਦਮੀ ਆਪਦੀ ਸੈਲਫ ਥੈਰੇਪੀ 'ਤੇ ਧਿਆਨ ਕਰਦਾ ਉਹ ਤਾਂ ਬਚੂਗਾ ਪੱਕਾ। Rewind yourself, go from here, work to get here। ਤੇ ਜਦੋਂ ਤੁਹਾਡੀ ਸੈਲਫ ਥੈਰੇਪੀ ਸ਼ਾਂਤੀ ਆ ਗਈ, ਜੇ ਉਹ ਛੁੱਟ ਗਈ, ਸਮਝੋ ਰੀਲੈਪਸ ਵਾਲਾ ਕੰਮ ਸ਼ੁਰੂ ਹੋ ਗਿਆ। ਜਿੰਨਾ ਤੁਸੀਂ ਬਚ ਕੇ ਰਹੋਗੇ, ਜਿੰਨਾ ਤੁਸੀਂ ਧਿਆਨ ਕਰੋਗੇ, ਚੈੱਕਲਿਸਟ ਬਣਾਓ, then the treatment is best। ਬਹੁਤ ਲੋਕ ਕਹਿੰਦੇ ਆ, ਬਹੁਤ ਸ਼ਰਾਬੀ ਮੈਨੂੰ ਦੱਸਦੇ ਹੁੰਦੇ ਆ, ਡਾਕਟਰ ਗਿਲ ਮੈਂ ਖੁਸ਼ ਹਾਂ, ਮੈਂ ਸ਼ਰਾਬੀ ਬੰਦਾ ਹੋ ਗਿਆ। ਉਹ ਖੁਸ਼ ਹੁੰਦੇ ਆ, ਸੱਚੀ ਲੋਕ ਇਹਨੂੰ ਕਹਿੰਦੇ ਹੁੰਦੇ ਆ। ਕਿਉਂਕਿ ਜਦੋਂ ਆਦਮੀ ਬਿਮਾਰ ਹੁੰਦਾ, ਇਲਾਜ ਤਾਂ ਇੱਕ ਹੀ ਹੈ। ਇਲਾਜ ਇਹ ਹੈ, ਜਦੋਂ ਇੱਥੇ ਤੱਕ ਆਦਮੀ ਸ਼ਾਂਤੀ ਤੱਕ ਪਹੁੰਚਦਾ, ਉਹਨੇ ਕਦੇ ਵੇਖੀ ਨਹੀਂ ਸ਼ਾਂਤੀ ਆਪਦੇ ਸਾਰੇ ਜਨਮ ਦੇ ਵਿੱਚ। ਅਫਕੋਰਸ ਫਿਰ ਉਹ ਸ਼ੁਕਰ ਕਰੂਗਾ, ਮੈਨੂੰ ਸ਼ਾਂਤੀ ਮਿਲ ਗਈ। ਮੈਨੂੰ ਪਤਾ ਨਹੀਂ ਸੀ ਬਚਪਨ ਤੋਂ ਕੋਈ ਪ੍ਰੋਬਲਮ ਨਹੀਂ ਸੀ ਸ਼ਰਾਬ ਦੀ, ਪਰ ਸ਼ਾਂਤੀ ਤਾਂ ਨਹੀਂ ਸੀ। ਸ਼ਾਂਤੀ ਜਦੋਂ ਆ ਗਈ, ਆਦਮੀ ਧੰਨਵਾਦ ਕਰੂਗਾ ਜੋ ਵੀ ਰਾਹ ਉੱਥੇ ਤੱਕ ਪਹੁੰਚਣ ਗਿਆ। ਅਤੇ ਜੇ ਸ਼ਰਾਬ ਦੇ ਵਿੱਚ ਲੈ ਕੇ, ਉਹਨੇ ਸ਼ੁਕਰ ਕਰਨਾ ਸ਼ਰਾਬ ਵਾਸਤੇ। ਮੇਰੀਆਂ ਮਜਬੂਰੀਆਂ ਬਹੁਤ ਆ, ਮੈਂ ਸ਼ੁਕਰ ਕਰਦਾ। ਮੈਂ ਕਿਸੇ ਨੂੰ ਬਲੇਮ ਨਹੀਂ ਕਰਦਾ, ਨਾ ਮੰਮੀ, ਨਾ ਡੈਡੀ, ਨਾ ਕਿਸੇ ਨੂੰ ਨਹੀਂ ਮੈਂ ਬਲੇਮ ਕਰਦਾ। ਆਪਦੀਆਂ ਮਜਬੂਰੀਆਂ ਕਰਕੇ ਮੈਂ ਧੰਨਵਾਦ ਕਰਦਾ ਮਜਬੂਰੀਆਂ ਨੂੰ। ਗੁਰਬਾਣੀ ਵਿੱਚ ਕਹਿੰਦੇ ਦੁੱਖ ਦਾਰੂ ਸੁਖ ਰੋਗ ਪਿਆ, ਜਾ ਸੁਖ ਤਾਮ ਨ ਹੋਏ। ਸੋ ਜੀ ਇਹ ਚੀਜ਼ਾਂ ਦਿਮਾਗ ਵਿੱਚ ਰੱਖੋ, ਸੋਚ ਲਓ, ਹਰ ਆਦਮੀ ਠੀਕ ਹੋ ਸਕਦਾ। ਅਤੇ ਅਸੀਂ ਜਸਟ ਪਾਜ਼ ਕਰਦੇ ਹਾਂ ਕੁਐਸਚਨ ਲੈਣ ਵਾਸਤੇ। ਓਕੇ ਜੀ, ਸੋ ਕੁਐਸਚਨ ਵਧੀਆ ਆਈ, ਬਹੁਤ ਵਧੀਆ ਆਈ। ਮੈਂਟਲ ਹੈਲਥ ਲੀਡ ਟੂ ਦੀ ਐਡਿਕਸ਼ਨ ਔਰ ਐਡਿਕਸ਼ਨ ਲੀਡ ਟੂ ਦਾ ਮੈਂਟਲ ਹੈਲਥ? ਕਿਸ ਤਰ੍ਹਾਂ ਮੈਂਟਲ ਹੈਲਥ, ਦਿਮਾਗ ਦੀ ਬਿਮਾਰੀ ਹੁੰਦੀ ਹੈ? ਬਹੁਤ ਵਧੀਆ ਗੱਲ ਹੈ ਜੀ। ਮੈਂ ਫੈਮਿਲੀ ਡਾਕਟਰ ਹਾਂ, ਮੈਂ ਕਾਫੀ ਪੜ੍ਹਿਆ। ਮੈਂ ਐਡਿਕਸ਼ਨ ਡਾਕਟਰ ਵੀ ਹੈਗਾ। ਸੋ ਇਹ ਬਹੁਤ ਜ਼ਰੂਰੀ ਗੱਲ ਹੈ। ਅਤੇ ਮੈਂ ਸਿਰਫ ਇਹੀ ਕਹਿੰਦਾ, ਜੇ ਆਦਮੀ ਇਮੋਸ਼ਨਲੀ ਡਿਸਟਰਬ ਹੈਗਾ, ਸਾਰੀ ਉਮਰ ਇਮੋਸ਼ਨਲੀ ਡਿਸਟਰਬ, ਉਹਨੇ ਲੜਾਈ ਝਗੜਾ ਸਾਰੀ ਉਮਰ ਹੀ ਵੇਖਿਆ ਮੰਮੀ ਡੈਡੀ 'ਚ। ਇਮੋਸ਼ਨਲ ਡਿਸਟਰਬੈਂਸ ਬਿਕਮਸ ਦ ਵੇ ਆਫ ਲਿਵਿੰਗ, ਡਜ਼ਨਟ ਇਟ? ਮੇਰੇ ਉਹ ਥੋੜ੍ਹਾ ਇੱਕ ਢੰਗ ਦਾ ਲਿਵਿੰਗ ਕਰਨਾ। ਕਈ ਢੰਗ ਦੀ ਇਮੋਸ਼ਨਲ ਡਿਸਟਰਬੈਂਸ ਆ। ਕਈ ਬਾਹਰੋਂ ਪਤਾ ਲੱਗਦਾ, ਗੁੱਸਾ ਕੰਨ ਤੋੜਦੇ, ਕਈ ਅੰਦਰੋਂ ਗੁੱਸਾ ਰੱਖਦੇ ਆ, ਅੰਦਰੋਂ ਕੁਛ ਹੋਰ ਕਰਦੇ, ਕਈ ਕਟਿੰਗ ਕਰਦੇ। ਕਈ ਢੰਗ ਦੇ ਐਡਿਕਸ਼ਨ ਹੈਗੀ ਹੈ, ਔਰ ਕਈ ਢੰਗ ਦੀ ਮੈਂਟਲ ਹੈਲਥ ਦੀ ਪ੍ਰੋਬਲਮ ਹੈਗੀ ਹੈ। ਮੈਂ ਸਿੰਪਲ ਬੰਦਾ ਹੈਗਾ, ਮੈਂ ਸਿੰਪਲੀ ਸੋਚਦਾ ਹੁੰਦਾ ਇਹ ਚੀਜ਼ਾਂ ਬਾਬਤ। ਜੇ ਤੁਸੀਂ ਸਾਰੀ ਉਮਰ ਸਹੀ ਤਰੀਕੇ ਵਰਤੇ ਨਹੀਂ ਸ਼ਾਂਤੀ ਲੈਣ ਵਾਸਤੇ, ਤੁਸੀਂ ਕੋਈ ਨਾ ਕੋਈ ਡਿਸਟਰਬ ਹੋਵੋਗੇ। ਜੇ ਆਦਮੀ ਡਿਸਟਰਬ ਹੋ ਕੇ ਔਰ 10 ਰੋਟੀਆਂ ਖਾਂਦਾ, ਉਹ ਮੋਟਾ ਤਾਂ ਹੋਊਗਾ, ਪਰ ਕੋਈ ਨੇ ਕਿਸੇ ਨੇ ਜੇਲ੍ਹ ਨਹੀਂ ਭੇਜਣਾ ਉਹਨੂੰ, ਕਿਸੇ ਨੇ ਡਾਈਵੋਰਸ ਨਹੀਂ ਦੇਣਾ, ਕਿਸੇ ਨੇ ਕੋਈ ਪ੍ਰੋਬਲਮ ਨਹੀਂ ਦੇਣੀ।
ਪਰ ਉਹ ਡੈਫੀਨੇਟਲੀ ਬਿਮਾਰ ਹੋਊਗਾ। ਇੰਡੀਆ ਦੇ ਵਿੱਚ ਬਹੁਤ ਲੋਕ ਮੋਟੇ ਮੋਟੇ ਹੋਏ ਹੋਏ ਆ ਬਾਲਾ ਕੁਛ ਖਾ ਕੇ। ਇਮੋਸ਼ਨਲ ਡਿਸਟਰਬ, ਫੂਡ ਕੋਪਿੰਗ ਕਹਿ ਲਓ ਜੋ ਮਰਜ਼ੀ ਕਹਿ ਲਓ, ਪਰ ਮੈਂਟਲੀ ਡਿਸਟਰਬ ਪਹਿਲਾਂ ਹੁੰਦਾ, ਕੋਪਿੰਗ ਬਾਅਦ 'ਚ ਕਰਦਾ। ਅਤੇ ਜੈਨੇਟਿਕਲੀ ਕੋਈ ਨਾ ਕੋਈ ਕਾਰਨ, ਨੇਟਿਵ ਇੰਡੀਅਨ ਵੀ ਇਸ ਤਰ੍ਹਾਂ ਹੁੰਦੇ ਆ। ਉਹਨਾਂ ਦੀ ਆਦਤ ਹੈਗੀ ਹੈ ਸ਼ਰਾਬ ਵੱਲ। ਸ਼ਰਾਬ ਉਹਨਾਂ ਦੇ ਨਾਲ ਕੁਛ ਕਰਦਾ। ਪੰਜਾਬੀਆਂ ਦੇ ਵਿੱਚ ਦਿਮਾਗ ਵਿੱਚ ਵੀ ਸ਼ਰਾਬ ਕੁਛ ਕਰਦਾ, ਛੇਤੀ ਲੱਗ ਜਾਂਦੀ ਹੈ, ਨੀਂਦ ਛੇਤੀ ਹੋ ਜਾਂਦੀ ਹੈ ਗੋਰਿਆਂ ਨਾਲੋਂ। ਸੋ ਉਸ ਕਰਕੇ ਬਿਮਾਰੀ ਵੱਧ ਚੜ੍ਹਦੀ ਹੈ। ਪੰਜਾਬੀ ਜ਼ਿਆਦਾ ਇਮੋਸ਼ਨਲੀ ਡਿਸਟਰਬ ਵੀ ਹੋ ਜਾਂਦੀ ਹੈ, ਅਤੇ ਬੰਦੇ ਜ਼ਿਆਦਾ। ਲੇਡੀਜ਼ ਵੀ ਹੈਗੀਆਂ ਜਿਹੜੀਆਂ ਸ਼ਰਾਬ ਪੀਂਦੀਆਂ ਬਾਲੀਆਂ, ਪਰ ਹਜੇ ਤੱਕ ਉਹ ਘੱਟ ਹੈਲਪ ਲੈਂਦੀਆਂ। ਬੰਦਿਆਂ ਦੇ ਪ੍ਰੋਬਲਮ ਵੱਧ ਹੁੰਦੇ ਆ। ਉਸ ਕਰਕੇ ਮੈਂਟਲ ਇਲਨੈਸ ਆਲਵੇਜ਼ ਲੀਡ ਟੂ ਦੀ ਐਡਿਕਸ਼ਨ। ਪਰ ਬਿਫੋਰ ਮੈਂਟਲ ਇਲ ਕਿਉਂ ਹੁੰਦਾ ਆਦਮੀ? ਜੇ ਤੁਹਾਡੀ ਕੋਈ ਸੈਲਫ ਥੈਰੇਪੀ ਪ੍ਰੈਕਟਿਸ ਬਚਪਨ ਤੋਂ ਨਹੀਂ ਸਿੱਖੀ ਅਤੇ ਪ੍ਰੈਕਟਿਸ ਨਹੀਂ ਕੀਤੀ, ਫਿਰ ਯੂ ਲਿਵ ਇਨ ਅ ਕ੍ਰੋਨਿਕ ਸਟੇਟ ਆਫ ਰਿਲੈਪਸ ਆਫ ਸੈਲਫ ਥੈਰੇਪੀ। ਉਹਨੇ ਕੋਈ ਨਾ ਕੋਈ ਮੈਂਟਲ ਇਲਨੈਸ ਤਾਂ ਪ੍ਰੋਡਿਊਸ ਕਰਨਾ ਹੀ ਕਰਨਾ। ਇਹ ਸਿੰਪਲ ਵਾਲਾ ਕੰਮ ਹੈ ਜੀ, ਕਿਉਂਕਿ ਇਲਾਜ ਹੈਗੀ ਹੈ ਕਨੈਕਟ ਟੂ ਸੈਲਫ, ਕਨੈਕਟ ਟੂ ਅਦਰ, ਕਮਿਟ ਟੂ ਡੇਲੀ ਪ੍ਰੈਕਟਿਸ। ਸਿੱਖੋ ਕਿਵੇਂ ਕਰਨਾ, ਅਤੇ ਤੁਸੀਂ ਇੱਥੇ ਤੱਕ ਪਹੁੰਚਦੇ ਨਹੀਂ। ਅਤੇ ਜੇ ਪਹੁੰਚ ਗਏ ਤੁਸੀਂ ਨਿਕਲੋਗੇ ਛੇਤੀ, ਬਿਕਾਜ਼ ਨਿਕਲ ਵੀ ਸਕਦੇ ਹਾਂ। ਹਰ ਸਿਸਟਮ ਦਾ ਰੀਵਰਸ ਹੋ ਸਕਦਾ। ਜੇ ਇੱਕ ਵਾਰੀ ਨਹੀਂ ਹੋਇਆ, ਜੇ ਪੂਰਾ ਕੰਮ ਹੋ ਗਿਆ, ਦੁਬਾਰਾ ਟਰਾਈ ਕਰ ਲਓ। ਲਰਨ, ਥੋੜ੍ਹਾ ਸਿੱਖ ਜਾਓ, ਪਰ ਸਿੱਖੋ ਇੱਥੇ ਕੀ ਗਲਤ ਹੋ ਗਿਆ, ਇੱਥੇ ਕੀ ਗਲਤ ਹੋ ਗਿਆ। ਰੀਲੈਪਸ ਤੋਂ ਸਿੱਖੋ। ਝਿੜਕੋ ਨਾ ਆਪਦੇ ਲਵਡ ਵਨ ਨੂੰ ਜਦੋਂ ਸ਼ਾਂਤ ਹੋ ਗਿਆ ਸਾਰਾ ਕੁਛ। ਇਹਦੇ ਤੋਂ ਬਾਅਦ ਆਦਮੀ ਕ੍ਰੇਜ਼ੀ ਹੋ ਜਾਂ ਪਾਗਲ ਹੋ ਜਾਂ ਤੋੜਪਨ ਹੁੰਦਾ, ਪਰ ਉਹ ਸਾਰਾ ਕੁਛ ਜਦੋਂ ਨਿਕਲ ਗਿਆ, ਆਦਮੀ ਮਦਦ ਲੈਣ, ਉਸ ਟਾਈਮ 'ਤੇ ਝਿੜਕੋ ਨਾ ਬੰਦੇ ਨੂੰ। ਉਸ ਟਾਈਮ 'ਤੇ ਬੈਠੋ ਅਤੇ ਇਕੱਠੇ ਬੈਠ ਕੇ ਸੋਚੋ ਕਿੱਥੇ ਗਲਤੀ ਹੋ ਗਈ, ਅਗਲੇ ਵਾਰ ਕਿਵੇਂ ਜ਼ਿਆਦਾ ਚਾਂਸਿਸ ਵਧਾ ਸਕਦੇ ਹਾਂ ਸੋਫੀ ਰਹਿਣ ਦੇ। ਇਹ ਟਾਈਮ ਹੈ ਉਹਦੇ ਵਾਸਤੇ। ਸੋ ਜੀ ਵਧੀਆ ਕੁਐਸਚਨ ਹੈ, ਆਨਸਰ ਹੋ ਗਿਆ ਜੀ। ਮੈਂ ਸਿੰਪਲ ਜਿਹਾ ਬੰਦਾ, ਮੈਂ ਸਿੰਪਲ ਜਵਾਬ ਦਿੰਦਾ। ਮੈਂ ਦਵਾਈਆਂ 'ਚ ਮੈਂ ਖਿਲਾਫ ਨਹੀਂ ਹੈਗਾ। ਸੋ ਡੂ ਯੂ ਟੇਕ ਮੈਡੀਕੇਸ਼ਨ ਫॉर ਡਿਪਰੈਸ਼ਨ? ਜੀ ਜੇ ਰੋਟੀ ਖਾਧੀ ਨਹੀਂ ਜਾਂਦੀ, ਪਰ ਜੇ ਤੁਸੀਂ ਡਿਪਰੈਸਡ ਹੈ ਕਿਉਂਕਿ ਤੁਹਾਡਾ ਮਾਹੌਲ, ਤਾਂ ਤੁਸੀਂ ਸੱਸ ਆ, ਤੁਹਾਡਾ ਸੱਸ ਤੁਹਾਨੂੰ ਭੈੜੀ ਟਰੀਟ ਕਰਦੀ ਹੈ, ਜੇ ਤੁਸੀਂ ਨੂੰਹ ਆ, ਖਾਣ ਦਾ ਜੀਅ ਨਹੀਂ ਕਰਦਾ, ਤੁਹਾਡਾ ਇਲਾਜ ਦਵਾਈ ਨਹੀਂ ਹੈਗੀ, ਤੁਹਾਡਾ ਇਲਾਜ ਹੈਗਾ ਰਿਲੇਸ਼ਨਸ਼ਿਪ, ਘਰ ਦੇ ਵਿੱਚ ਮਾਹੌਲ ਠੀਕ ਕਰਨ ਦਾ। ਉਹ ਤੁਹਾਡਾ ਇਲਾਜ ਹੈਗਾ। ਦਵਾਈ ਤਾਂ ਕੋਈ ਨਾ ਕੋਈ ਖਵਾਊਗਾ ਤੁਹਾਨੂੰ, ਪਰ ਉਹਦੇ ਨਾਲ ਫਾਇਦਾ ਵੀ ਹੋਊਗਾ, ਪਰ ਜਿਹੜਾ ਇਲਾਜ, ਕਿਉਰ ਕੀ ਹੈ, ਉਹ ਮਾਹੌਲ ਕਰਦਾ ਠੀਕ ਕਰਨਾ। ਸੋ ਉਸ ਕਰਕੇ ਮੈਂਟਲ ਹੈਲਥ ਦਾ ਇਲਾਜ ਹੁੰਦਾ ਕਿਵੇਂ ਆਪਦੀ ਜ਼ਿੰਦਗੀ ਜਿਉਣੀ ਹੈ ਹਾਰਮਨੀ ਦੇ ਵਿੱਚ, ਸ਼ਾਂਤੀ ਦੇ ਵਿੱਚ, ਦੂਜੇ ਨਾਲ ਕਿਵੇਂ ਸ਼ਾਂਤ 'ਚ ਰਹਿ ਸਕਦੇ ਹਾਂ ਆਪਦੇ ਆਪ ਨਾਲ। ਪੰਜਾਬੀ ਬੰਦਾ ਦੂਜਾ ਨਸ਼ਾ ਉਹਦਾ ਕੀ ਹੁੰਦਾ, ਹਰ ਪੰਜਾਬੀ ਦਾ ਹੁੰਦਾ ਵਰਕਾਹੋਲਿਜ਼ਮ। ਉਹ ਕੰਮ ਕਰਨ ਨੂੰ ਹਟਦਾ ਨਹੀਂ, ਕਾਮਯਾਬ ਹੁੰਦਾ ਉਸ ਕਰਕੇ। 3 ਜੌਬ 2 ਜੌਬ 16 ਘੰਟੇ। ਫਿਰ ਫੈਮਿਲੀ ਦਾ ਕਿਵੇਂ ਬਣੂ ਫੈਮਿਲੀ ਜੇ ਤੁਹਾਡੇ ਕੋਲ ਟਾਈਮ ਨਹੀਂ ਹੈਗਾ? ਕਿਵੇਂ ਬਣੂ ਰਿਲੇਸ਼ਨਸ਼ਿਪ, ਕਿਵੇਂ ਬਣੂਗਾ ਪਿਆਰ? ਹੁਣ ਜੀ ਮੈਂ ਵਾਈਫ ਨੂੰ ਦੱਸਿਆ ਸੀ 20 ਸਾਲ ਪਹਿਲਾਂ ਮੈਂ ਪਿਆਰ ਕਰਦਾ, ਉਹ ਵਧੀਆ ਸੀ 20 ਸਾਲ ਵਾਸਤੇ। ਰਿਲੇਸ਼ਨਸ਼ਿਪ ਵਿੱਚ ਰੋਜ਼ ਦੀ ਰੋਮਾਂਟਿਕ ਚਾਹੀਦਾ, ਰੋਜ਼ ਦੀ ਕੋਈ ਨਾ ਕੋਈ ਤੁਹਾਨੂੰ ਥੋੜ੍ਹਾ ਫਿਊਲ ਚਾਹੀਦਾ ਉਹਨੂੰ ਦੇਣ ਵਾਸਤੇ, ਫਿਰ ਹੀ ਉਹ ਅੱਗ ਤਕੜੀ ਹੋਊਗੀ। ਜੇ ਅਸੀਂ ਉਹ ਕਰਦੇ ਨਹੀਂ, ਜਿੰਨਾ ਕਰ ਸਕਦੇ ਹਾਂ, ਫਿਰ ਤੁਸੀਂ ਡਿਸਟਰਬ ਹੋਵੋਗੇ ਕਿ ਕੋਈ ਨਾ ਕੋਈ ਨੇ ਕਹਿ ਦੇਣਾ ਉਹ ਡਿਪਰੈਸ਼ਨ ਹੈ। ਠੀਕ ਹੈ, ਡਿਪਰੈਸ਼ਨ ਹੈ, ਪਰ ਇਲਾਜ ਉਹਦਾ ਤੁਹਾਡੀ ਸਿਸਟਮ ਠੀਕ ਸਹੀ ਹੋ। ਮੇਰੇ ਹੋਰ ਵੀ ਵੀਡੀਓ ਹੈਗੇ ਆ ਜਿਹੜੇ ਫੈਮਿਲੀ ਸਿਸਟਮ 'ਤੇ ਹੈ, ਉਹ ਜ਼ਰੂਰ ਸੁਣ ਲਓ ਅਤੇ ਤੁਹਾਨੂੰ ਥੋੜ੍ਹੇ ਫੈਮਿਲੀ ਡਾਇਨਾਮਿਕ ਵਾਸਤੇ ਸਮਝ ਆਊਗੀ। ਸੋ ਦੈਟਸ ਦਾ ਇੱਕ ਕੁਐਸਚਨ ਸੀ। ਓਕੇ ਜੀ, ਕਮੈਂਟ ਤੁਹਾਡਾ। ਹਾਂਜੀ
ਸੋ ਮੈਂ ਇਹ ਬਸ ਸਹੀ ਗੱਲ ਹੈ ਸੈਲਫ ਥੈਰੇਪੀ। ਸੋ ਮੈਂ ਕਿਉਂਕਿ ਮੈਨੂੰ ਆਪਦਾ ਯਾਦ ਆ, ਮੈਂ ਪਿੱਛੇ 3 ਮਹੀਨੇ ਪਹਿਲਾਂ 3 ਮਹੀਨੇ 3.5 ਮਹੀਨੇ ਕੱਢ ਲਏ ਸੀ ਰੀਲੈਪਸ, ਕੋਈ ਦਿਮਾਗ ਹੀ ਨਹੀਂ ਸੀ ਉੱਧਰ ਨੂੰ ਜਾਂਦਾ। ਸੋ ਮੈਂ ਫਿਰ ਵੇਖਿਆ ਮੈਂ ਜੋ ਮੈਂ ਕੰਮ ਤੇ ਲੱਗ ਗਿਆ, ਮੇਰਾ ਪਾਠ ਵੀ ਛੁੱਟ ਗਿਆ। ਫਿਰ ਮੈਂ ਲਾਂਡਰੀ ਵਗੈਰਾ ਉਹ ਵੀ ਆਪਦੀ ਕਰਨੀ, ਜਿਹੜੀ ਕਦੇ 2 ਕੱਪੜੇ ਪਾਤੇ ਉਹ ਵੀ ਕਾਹਲੀ ਤੇ ਕੰਮ ਵਾਲੀ ਜ਼ਿਆਦਾ ਧਿਆਨ ਕਰ ਲਿਆ। ਸੋ ਉਹ ਮੇਰੀ ਸਟਾਰਟਿੰਗ ਸੀ। ਉਹ ਫਿਰ ਐਂਡ ਤੇ ਫਿਰ ਉਹ ਮੇਰਾ ਜਿਹੜੀ ਰੀਲੈਪਸ ਹੋ ਗਿਆ, ਐਂਡ ਵਾਲਾ ਜਿਹੜਾ ਫਿਜ਼ੀਕਲ ਰੀਲੈਪਸ। ਸੋ ਇਹ ਸਹੀ ਗੱਲ ਆ ਵੀ ਸੈਲਫ ਥੈਰੇਪੀ ਤੋਂ ਸਟਾਰਟਿੰਗ ਜੇ ਉੱਥੇ ਹੀ ਕਵਰ ਹੋ ਜੇ ਨਾ, ਇਹ ਬਹੁਤ ਗੁੱਡ ਆ। ਮੇਰੇ ਆਪ ਦੇ ਨਾਲ ਹੋਇਆ ਹੈ। ਸੋ ਬਹੁਤ, ਕਿਉਂਕਿ ਐਵਰੀ ਡੇਲੀ ਰੂਟੀਨ, ਪਾਠ, ਯੋਗਾ, ਮੈਡੀਟੇਸ਼ਨ, ਆਪਦਾ ਬੈੱਡ ਬਣਾਉਣਾ ਜਿਵੇਂ, ਸੋ ਇਹ ਚੀਜ਼ਾਂ ਰੱਖਦੀਆਂ ਮੈਨੇ ਬਹੁਤ ਜ਼ਿਆਦਾ, ਕਿਉਂਕਿ ਉਹ ਬੰਦਾ ਉਹ ਸਕੈਜੂਅਲ ਦੇ ਨਾਲ ਚੱਲਦਾ ਰਹਿੰਦਾ। ਮੇਰਾ ਟੁੱਟ ਗਿਆ ਸੀਗਾ, ਮੇਰਾ ਲਾਸਟ ਟਾਈਮ 3.5 ਮਹੀਨੇ ਬਾਅਦ ਰੀਲੈਪਸ ਹੈ। ਈਵਨ ਮੈਨੂੰ ਪਤਾ ਵੀ ਮੈਂ ਰਹਿ ਸਕਦਾ ਨਸ਼ੇ ਬਿਨਾਂ, ਕੋਈ ਆ ਨਹੀਂ, ਪਰ ਉਹ ਸਾਰਾ ਇਸੇ ਕਰਕੇ ਹੋਇਆ, ਸੈਲਫ ਥੈਰੇਪੀ ਟੁੱਟਣ ਕਰਕੇ। ਸੋ ਮੈਂ ਹੁਣ ਇਹਦੇ ਜ਼ੋਰ ਦਿੱਤਾ ਹੋਇਆ। ਸੋ ਇਹ ਬਹੁਤ ਪੁਆਇੰਟ ਦਾ ਟੌਪਿਕ ਹੈ ਇਹਦਾ। ਯਾ ਥੈਂਕ ਯੂ। ਗੁੱਡ, ਥੈਂਕ ਯੂ ਜੀ, ਬਹੁਤ ਵਧੀਆ ਜੀ। ਹਾਂਜੀ, ਬਸ ਮੈਂ ਵੀ ਜੀ ਸੈਲਫ ਥੈਰੇਪੀ ਜਿਹੜਾ ਇਹ ਕਰਦੇ ਸੀਗੇ, ਇਹ ਛੁੱਟਿਆ ਵਿੱਚੋਂ, ਇਹ ਬ੍ਰੇਕ ਹੋਈ ਆ ਜੀ, ਹਨਾ। ਤੇ ਫਿਰ ਮੈਂ ਵੀ ਇੱਥੋਂ ਮੁੜਿਆ ਵਾਂ, ਮੈਂ ਤਾਂ ਸਿਰੇ ਤੋਂ ਮੁੜਿਆ, ਜਾਣੀ ਕਿ ਹੁਣ ਮੇਰੇ ਸੱਟਾਂ ਜਿਹੜੀਆਂ ਵੱਜੀਆਂ ਨੇ, ਮੇਰੇ ਤੋਂ ਜ਼ਿਆਦਾ ਚਿਰ ਨਾ ਟੀਵੀ ਦੇਖ ਹੁੰਦਾ, ਨਾ ਜ਼ਿਆਦਾ ਚਿਰ ਦੇਖ ਹੁੰਦਾ, ਐਂ ਕਰਕੇ ਜਿਵੇਂ ਮਰਜ਼ੀ ਜਿੱਦਾਂ ਸੁਣੀ ਜਾਂਦਾ। ਤੇ ਪਤਾ ਨਹੀਂ ਕਿੱਥੇ ਕਿੱਥੇ ਵੱਜੀਆਂ। ਹੁਣ ਹੋ ਸਕਦਾ ਜਿਹੜਾ ਫਿਜ਼ੀਕਲ ਰੀਲੈਪਸ ਆ ਇਹ ਤੋਂ ਵੀ ਗਾਂ ਮਰ ਵੀ ਸਕਦਾ ਸੀਗਾ ਹੁਣ। ਤੇ ਉਹ ਤਾਂ ਮੈਂ ਆਪਦੇ ਆਪ ਉੱਠ ਕੇ ਚਲਿਆ ਗਿਆ, ਕੋਈ ਕਿਸੇ ਨੇ ਐਂਬੂਲੈਂਸ ਕਾਲ ਨਹੀਂ ਕੀਤੀ ਜਾਂ ਕਿੱਦਾਂ, ਹਨਾ, ਕੁੱਟ ਕੇ ਜਾਂ ਕਿੱਦਾਂ, ਮਤਲਬ ਮਾਰ ਧੜ ਕਰਕੇ ਚਲੇ ਗਏ। ਪਰ ਹੋਇਆ ਸਟਾਰਟ ਉਹ ਫਸਟ ਤੋਂ ਹੀ ਆ। ਤੇ ਇਮੋਸ਼ਨਲ ਰਿਲੈਪਸ ਵੀ ਸੀਗਾ ਵਿੱਚ, ਕਿਉਂਕਿ ਉਹ ਕੋਰਟ ਡੇਟ ਦਾ ਜਾਂ ਹੋਰ ਚੱਲੀ ਜਾਂਦਾ ਸੀਗਾ ਰਾਈਟ ਵਿੱਚ ਮਨ ਦੇ। ਤੇ ਜਾਣੀ ਕਿ ਮੈਂ ਇਦੋਂ ਵੀ ਗਾਹ ਤੋਂ ਸਿਰੇ ਤੋਂ ਮੁੜਿਆ, ਮੈਨੂੰ ਜਾਂ ਵਾਹਿਗੁਰੂ ਨੇ ਕਹਿ ਲਓ ਜਾਂ ਵੀ ਭੇਜਦਾ ਕਿਤੇ, ਹਨਾ, ਠਾਲ ਕੇ। ਤੇ ਮੈਂ ਜਿੱਦਾਂ ਇੱਥੇ ਨੂੰ ਵੀ ਆਇਆ ਦੁਬਾਰੇ, ਉਦੋਂ ਵੀ ਮੈਨੂੰ ਮਹਾਰਾਜ ਨੇ ਭੇਜਿਆ, ਮੇਰਾ ਕੋਈ ਪਲਾਨ ਨਹੀਂ ਸੀਗਾ ਜਿਵੇਂ। ਤੇ ਜਿੱਦਾਂ ਵਾਹਿਗੁਰੂ ਨੇ ਮੈਨੂੰ ਪਤਾ ਨਹੀਂ, ਆਈ ਡੋਂਟ ਨੋ, ਮਾਲੂਮ ਨੇ ਤਾਰਿਆ ਤੇ ਮੈਂ ਇੱਥੇ ਆ ਗਿਆ। ਤੇ ਤੁਸੀਂ ਮੈਨੂੰ ਦੁਬਾਰਾ ਨਵੀਂ ਜ਼ਿੰਦਗੀ, ਪਰ ਮੈਂ ਹੁਣ ਆਦੀਆਂ ਆਈਜ਼ ਵਗੈਰਾ ਚੈੱਕ ਕਰਾਉਣੀਆਂ ਹੈਗੀਆਂ ਜਿੱਦਾਂ। ਪਰ ਮੈਂ ਜਿਹੜੀ ਤੁਹਾਡਾ ਜਿਹੜਾ ਮੇਰਾ ਇਹੀ ਆ ਵੀ ਜਿਹੜਾ ਅੱਜ ਵਾਲਾ ਵਾ ਸੁਣਿਆ ਸਾਰਾ ਵਾ, ਤੇ ਪਰ ਸਹੀ ਆ ਜਿਹੜੀ ਸਾਡੀ ਰੂਟੀਨ ਟੁੱਟੀ ਹੋਈ ਆ ਜੀ, ਸੱਚੀ ਟੁੱਟੀ ਹੋਈ ਆ। ਹੁਣ ਅੱਜ ਵੀ ਜਪਜੀ ਸਾਹਿਬ ਅਸੀਂ 2 ਵਾਰ ਕੀਤਾ, ਤੇ ਪਰ ਪੂਰੀਆਂ ਜਿਹੜੀਆਂ ਰੂਟੀਨਾਂ ਜਦੋਂ ਮੈਂ ਇੱਥੇ ਪਹਿਲਾਂ ਆਇਆ ਸਟਾਰਟਿੰਗ 'ਚ, ਉਹ ਰੂਟੀਨ ਨਹੀਂ ਹੈਗੀ, ਨਾ ਬਣੀ ਆ ਮੁੜ ਕੇ। ਤੇ ਹੁਣ ਅਸੀਂ ਟਰਾਈ ਕਰਨੀ ਹੈ ਬਣਾਉਣਾ। ਵਧੀਆ ਜੀ। ਸੋ ਜੀ ਇਹ ਮੈਂ ਸਿਰਫ ਕਹਿ ਦਿੰਦਾ, ਫਿਜ਼ੀਕਲ ਰੀਲੈਪਸ ਵਿੱਚ ਕਈ ਪੰਗੇ ਪੈਂਦੇ ਆ। ਹੈਡ ਇੰਜਰੀ, ਸੋ ਜੇ ਤਰ੍ਹਾਂ ਦਿਮਾਗ ਕਨਕਸ਼ਨ ਹੋ ਗਿਆ, ਇਹਦਾ ਇਲਾਜ ਕਰਨਾ ਪੈਣਾ। ਅਤੇ ਉਹ ਜੀ ਬਹੁਤ ਪੰਗੇ ਪੈਂਦੇ ਫਿਜ਼ੀਕਲ ਰੀਲੈਪਸ। ਇੱਥੇ ਆਦਮੀ ਮਰਦਾ, ਵੈਸੇ ਇੱਥੇ ਸੁਸਾਈਡ ਕਰਦਾ ਇਮੋਸ਼ਨਲ ਰੀਲੈਪਸ ਵਿੱਚ। ਉਹ ਬਾਰੇ ਦੱਸਦੇ ਨਹੀਂ, ਪਰ 80 ਲੋਕ ਕੈਨੇਡਾ ਵਿੱਚ ਹਰ ਹਫ਼ਤਾ ਸੁਸਾਈਡ ਕਰਦੇ ਆ, ਪੰਜਾਬ ਵਿੱਚ ਕਾਫੀ ਜ਼ਿਆਦਾ ਹੋਊਗਾ। ਸੋ ਇਹ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਹੈ। ਅਤੇ ਪਰ ਸਿੱਖਣ ਦਾ ਮੌਕਾ ਹਰ ਵਕਤ ਹੁੰਦਾ। ਵੈਰੀ 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 ਗੁੱਡ ਟੂ ਟਰਾਈ ਅਗੇਨ, ਸੋ ਇਟਸ ਗੁੱਡ ਜੀ। ਹਾਂਜੀ ਹਾਂਜੀ, ਉਹ ਜਿਹੜੀ ਸਾਡੀ ਹੁਣ ਡੇਲੀ ਪ੍ਰੈਕਟਿਸ ਟੁੱਟ ਗਈ ਆ, ਪਰ ਅਸੀਂ ਇੱਕਦਮ ਜੰਪ ਕਰਕੇ ਨਹੀਂ ਉੱਥੇ ਜਾ ਸਕਦੇ। ਕੱਲ 1 ਦਿਨ ਕੀਤਾ ਸੀ ਪਾਠ, ਅੱਜ 2 ਦਿਨ, ਤੇ ਹੌਲੀ ਹੌਲੀ ਹਾਂਜੀ ਵਧਾਵਾਂਗੇ, ਉਹਨੂੰ ਅੱਗੇ ਲੈ ਕੇ ਜਾਵਾਂਗੇ, ਬੈਕ ਔਨ ਦਾ ਟਰੈਕ ਲਾਵਾਂਗੇ, ਕਿਉਂਕਿ ਅਸੀਂ ਇੱਕਦਮ ਜੰਪ ਨਹੀਂ ਕਰ ਸਕਦੇ ਉੱਥੇ ਰਾਈਟ ਵੇ। ਅਤੇ ਇਹ ਵਧੀਆ ਗੱਲ ਹੈ ਜੀ, ਕਿਉਂਕਿ ਟਾਈਮ ਮੰਗਦੀ ਹੈ। ਆਹ ਸਾਰਾ ਜਿਹੜਾ ਕੰਮ ਹੈਗਾ A to Z ਸਾਰਾ ਸਿੱਖਣਾ, ਇਹ ਇੱਕ ਵਾਰੀ ਨਹੀਂ ਸਿੱਖਣਾ, ਇਹ ਕਈ ਝੜੀਟਾਂ, ਕਈ ਵਾਰੀ ਮੈਸੇਜ ਆ ਅੱਧੇ ਅੱਗੇ ਪਿੱਛੇ। ਪਰ ਇੱਕ ਗੱਲ ਹੈਗੀ ਆ, ਜੇ ਅਸੀਂ ਟਰਾਈ ਕਰਦੇ ਰਹਿੰਦੇ ਹਾਂ, ਅਪ ਡਾਊਨ ਤਾਂ ਡੈਫੀਨਿਟਲੀ ਹੁੰਦਾ,
ਪਰ ਹੌਲੀ ਹੌਲੀ ਸਾਡਾ ਕੰਮ ਸਿਰੇ ਤੇ ਚੜਨ ਲੱਗ ਜਾਂਦਾ। ਹਾਂਜੀ ਸੋ ਜੇ ਡਿੱਗ ਪਏ ਇੱਕਦਮ ਕੋਸ਼ਿਸ਼ ਤਾਂ ਕਰੋ, ਪਰ ਕਰ ਲਓ ਜਿੰਨਾ ਕਰ ਸਕਦੇ ਆ। ਜਿੰਨਾ ਕੁ ਵੱਧ ਕਰਦੇ ਉਹਨਾਂ ਜ਼ਿਆਦਾ ਵਧੀਆ। ਇਹ ਡੇਲੀ ਪ੍ਰੈਕਟਿਸ, ਇਹ ਇੱਕ ਵੀਡੀਓ ਹੈਗੀ ਆ ਰੂਟੀਨ ਇਨ ਰਿਕਵਰੀ, ਉਹ ਜ਼ਰੂਰ ਵੇਖੋ। ਸ਼ਡਿਊਲ ਇਨ ਰਿਕਵਰੀ, ਉਹ ਵੀ ਇੱਕ ਵੀਡੀਓ ਪੰਜਾਬੀ 'ਚ ਹੈਗਾ ਜਿਹੜੇ ਵੇਖਣ ਵਾਲਾ। ਓਕੇ ਜੀ, ਅੱਜ ਅਸੀਂ ਵਾਸਤੇ ਬੰਦ ਕਰਦੇ ਹਾਂ। ਥੈਂਕ ਯੂ ਜੀ। ਜੇ ਕੋਈ ਗਲਤ ਵੀ ਬੋਲਿਆ ਗਿਆ ਮੈਂ ਮਾफ़ੀ ਮੰਗਦਾ। ਥੈਂਕ ਯੂ ਜੀ।